ਆਓ ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਚੱਲ ਰਹੀਆਂ ਨੇ, ਉਹਨਾਂ ਚੱਲ ਰਹੀਆਂ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਕਿਰਪਾ ਕਰਨ, ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ। ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਮਨ ਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਕੀਤਾ ਕਰਤਿਆ ਬਿਰਥਾ ਗਿਆ, ਇਕ ਤਿਲ ਥਾਏ ਨਾ ਪਾਈ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ, ਪਿਆਰ, ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਅੰਦਰ ਸ਼ਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1414 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਤੋਂ ਪਹਿਲਾਂ ਆਪ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਕੁੱਲ 18 ਸ਼ਲੋਕਾਂ ਦੇ ਵਿਚਾਰ ਪਿਛਲੇਰੇ ਔਰ ਕੱਲ ਤੱਕ ਦੇ ਦੀਵਾਨਾਂ ਤੱਕ ਸਰਵਣ ਕਰ ਚੁੱਕੀਆਂ ਹੋ। ਅੱਜ ਅਗਲੇਰੇ ਸ਼ਲੋਕਾਂ ਦਾ ਪਾਠ ਆਪ ਸੰਗਤ ਨੇ ਸਰਵਣ ਕੀਤਾ ਹੈ। ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਜੋ ਪਾਵਨ ਉਪਦੇਸ਼ ਅੱਜ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਾਡੀ ਝੋਲੀ ਦੇ ਅੰਦਰ ਪਾਇਆ, ਉਹਦੇ ਵਿੱਚ ਸਤਿਗੁਰੂ ਜੀ ਨੇ ਜੋ ਇਨਸਾਨੀ ਫਿਤਰਤ ਹੈ, ਉਸ ਫਿਤਰਤ ਨੂੰ, ਉਸ ਸੁਭਾਵ ਨੂੰ ਅੱਜ ਸਾਡੇ ਸਨਮੁਖ ਪ੍ਰਗਟ ਕੀਤਾ। ਜਦੋਂ ਸੰਸਾਰਿਕ ਤੌਰ ਉੱਤੇ ਜੀਵ ਆਪਣਾ ਜੀਵਨ ਜਿਉਂਦਾ ਹੈ ਤੇ ਇਹ ਜੀਵ ਆਪਣੀ ਜ਼ਿੰਦਗੀ ਨੂੰ, ਆਪਣੇ ਜੀਵਨ ਨੂੰ ਬਸਰ ਕਰਦਾ ਹੋਇਆ, ਬਤੀਤ ਕਰਦਾ ਹੋਇਆ ਕਈ ਤਰ੍ਹਾਂ ਦੇ ਕਰਮ ਆਪਣੇ ਜੀਵਨ ਵਿੱਚ ਕਮਾਉਂਦਾ। ਹੁਣ ਇਹ ਜਿਹੜੇ ਕਰਮ ਕਰ ਰਹੇ ਆ, ਉਹਨਾਂ ਵਿੱਚ ਕਈ ਕਰਮ ਐਸੇ ਨੇ ਜਿਨ੍ਹਾਂ ਕਰਮਾਂ ਦੇ ਨਾਲ ਇਹ ਦੂਸਰੇ ਇਨਸਾਨ ਦੀਆਂ ਅੱਖਾਂ ਵਿੱਚ ਘਾਟਾ ਪਾਉਂਦਾ ਹੈ, ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਕਈ ਕਰਮ ਐਸੇ ਨੇ ਜਿਹੜਾ ਇਹ ਚਲਾਕੀ ਦੇ ਨਾਲ, ਬੜੀ ਚਤੁਰਾਈ ਦੇ ਨਾਲ ਕਰਦਾ
ਔਰ ਆਪਣੀਆਂ ਚਲਾਕੀਆਂ ਤੇ ਆਪਣੀਆਂ ਚਤੁਰਾਈਆਂ ਦੇ ਨਾਲ ਉਹ ਕਰਮ ਕਰਦਾ ਹੋਇਆ ਜੀਵ ਜਿਹੜਾ ਹੈ, ਇਹਨੂੰ ਇਹ ਲੱਗਦਾ ਹੈ ਕਿ ਮੈਂ ਬਹੁਤ ਸਿਆਣਾ, ਬੜਾ ਸੂਝਵਾਨ ਹਾਂ ਤੇ ਮੈਂ ਬੜੀ ਆਸਾਨੀ ਦੇ ਨਾਲ ਲੋਕਾਈ ਨੂੰ, ਇਨਸਾਨਾਂ ਨੂੰ ਮੂਰਖ ਬਣਾ ਸਕਦਾ। ਇਹ ਇਹਦੀ ਫਿਤਰਤ, ਇੱਕ ਸੁਭਾਅ ਹੈ। ਸਿਆਣੇ ਬਜ਼ੁਰਗ ਇੱਕ ਅਖਾਣ ਵਰਤਿਆ ਕਰਦੇ ਨੇ ਵੀ ਜਦੋਂ ਬੇਗਾਨੀ ਥਾਲੀ ਵਿੱਚ ਪਿਆ ਪਦਾਰਥ ਵੇਖਣਾ ਹੋਵੇ ਤੇ ਉਹ ਹਮੇਸ਼ਾ ਵੱਡਾ ਲੱਗਦਾ, ਤੇ ਜਦੋਂ ਮੱਤ ਦੀ ਬਾਤ ਆਉਂਦੀ ਹੈ ਤੇ ਉਦੋਂ ਹਮੇਸ਼ਾ ਆਪਣੀ ਵੱਡੀ ਲੱਗਦੀ ਹੈ। ਬਗਾਨੀ ਥਾਲੀ ਵਿੱਚ ਪਿਆ ਲੱਡੂ ਤੇ ਆਪਣੀ ਮੱਤ ਸਦਾ ਹੀ ਵੱਡੀ ਲੱਗਦੀ ਹੈ ਦੂਜੇ ਨਾਲੋਂ। ਹੁਣ ਮਾਲਕ ਜੀ ਨੇ ਅੱਜ ਬੜਾ ਪਿਆਰਾ ਜ਼ਿਕਰ ਕੀਤਾ। ਸਤਿਗੁਰੂ ਕਹਿੰਦੇ ਵੀ ਜਿਹੜਾ ਮਨ ਪਿੱਛੇ ਲੱਗ ਕੇ ਚੱਲਣ ਵਾਲਾ ਜੀਵ ਹੈ, ਮਨ ਦੇ ਵੱਲ ਮੁਖ ਕਰਕੇ ਤੁਰਨ ਵਾਲਾ, ਉਹਦੇ ਕੋਲ ਜਿਹੜੀ ਮੱਤ ਹੈ ਨਾ, ਉਹ ਬੜੀ ਚੰਚਲਤਾ ਵਾਲੀ ਹੈ। ਹੁਣ ਕੇਵਲ ਇੱਕ ਇਨਸਾਨ ਦੀ ਗੱਲ ਨਹੀਂ ਹੈ, ਆਪਾਂ ਜਿੰਨਿਆਂ ਦੀ ਵੀ ਗੱਲ ਕਰਾਂਗੇ, ਸਾਰੇ ਦੇ ਸਾਰੇ ਆਪਾਂ ਜਿੰਨੇ ਵੀ ਬੈਠੇ ਆ ਜਾਂ ਆਪਣੇ ਘਰਾਂ ਵਿੱਚ ਜਿਹੜੇ ਬੈਠੇ ਆ, ਸਾਰੇ ਸਾਡਾ ਸਾਰਿਆਂ ਦਾ ਮਨ ਬੜਾ ਚੰਚਲ ਹੈ। ਇਸ ਚੰਚਲ ਮਨ ਨੂੰ ਅਸੀਂ ਉਦੋਂ ਇਹਦੀ ਚੰਚਲਤਾਈ ਤੇ ਇਹਦੀ ਚਤੁਰਾਈ ਵਿੱਚੋਂ ਕੱਢ ਸਕਦੇ ਹਾਂ ਜਦੋਂ ਇਹ ਮਨ ਗੁਰੂ ਵਾਲਾ ਹੋ ਜਾਏ ਜਾਂ ਗੁਰੂ ਵੱਲ ਇਹ ਮੁੱਖ ਕਰ ਲਏ। ਉਦੋਂ ਤੇ ਇਹ ਆਪਣੀ ਚੰਚਲਤਾਈ, ਆਪਣੀ ਚਤੁਰਾਈ ਛੱਡ ਦੇਗਾ। ਪਰ ਜਿੰਨਾ ਚਿਰ ਇਹ ਮਨ ਦੇ ਮਗਰ ਲੱਗ ਕੇ ਅਸੀਂ ਚੱਲ ਰਹੇ ਹਾਂ, ਇਹ ਗੁਰੂ ਦੀ ਮੱਤ ਨੂੰ ਗ੍ਰਹਿਣ ਨਹੀਂ ਕਰ ਰਿਹਾ ਜਾਂ ਇਹ ਮਨ ਗੁਰੂ ਅਨੁਸਾਰੀ ਨਹੀਂ ਹੈ, ਉਹਨਾਂ ਚਿਰ ਖਿਆਲ ਰੱਖਿਓ ਇਹ ਮਨਮੁਖ ਤਾਈ ਦਾ ਪ੍ਰਤੀਕ ਜਿਹੜਾ ਮਨ ਹੈ, ਇਹ ਸਾਰੇ ਦਾ ਸਾਰਾ ਚਤੁਰਾਈਆਂ ਤੇ ਚਲਾਕੀਆਂ ਨਾਲ ਭਰਿਆ। ਹਰ ਇੱਕ ਜੀਵ ਆਪਣੇ ਹਿਰਦੇ 'ਚ ਚਤੁਰਾਈਆਂ ਤੇ ਚਲਾਕੀਆਂ ਲੈ ਕੇ ਬੈਠਾ ਹੈ। ਬਸ ਫਰਕ ਇੰਨਾ ਹੈ ਕਿ ਕਿਸੇ ਦੇ ਮੱਤ ਵਿੱਚ, ਕਿਸੇ ਦੇ ਦਿਮਾਗ ਨੇ ਥੋੜਾ ਛੇਤੀ ਕੰਮ ਕਰ ਲਿਆ, ਕਿਸੇ ਦੇ ਦਿਮਾਗ ਨੇ ਥੋੜਾ ਲੇਟ ਕੰਮ ਕੀਤਾ, ਪਰ ਚਤੁਰਾਈਆਂ ਸਾਰੇ ਹੀ ਲੈ ਕੇ ਬੈਠੇ। ਮੇਰੇ ਮਾਲਕ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਇਹ ਮਨਮੁਖ ਜਿਹੜਾ ਹੈ ਨਾ, ਇਹਦੇ ਕੋਲ ਮੱਤ ਜਿਹੜੀ ਉਹ ਬੜੀ ਚੰਚਲਤਾ ਵਾਲੀ ਹੈ ਔਰ ਅੰਤਰ ਬਹੁਤ ਚਤੁਰਾਈ, ਇਹ ਬੜੀਆਂ ਚਤੁਰਾਈਆਂ ਚੁੱਕੀ ਫਿਰਦਾ ਹੈ ਅੰਦਰ। ਇਨਸਾਨ ਨੇ ਕੀ ਕੀਤਾ, ਇਹਨੇ ਦੁਨਿਆਵੀ ਜੀਵਨ ਜਿਉਇਆ, ਦੁਨਿਆਵੀ ਜੀਵਨ ਬਤੀਤ ਕਰਦਿਆਂ ਇਹਨੇ ਇੱਕ ਨਹੀਂ ਬੇਅੰਤ ਮਨੁੱਖਾਂ ਨੂੰ ਮੂਰਖ ਬਣਾਇਆ, ਬੇਅੰਤ ਮਨੁੱਖਾਂ ਦੀਆਂ ਅੱਖਾਂ ਵਿੱਚ ਇਹਨੇ ਘਾਟਾ ਪਾਇਆ ਤੇ ਇਹਦੇ ਮਨ ਵਿੱਚ ਇੱਕ ਭਰਮ ਬਣ ਗਿਆ ਵੀ ਮੇਰੇ ਨਾਲੋਂ ਵੱਧ ਚਲਾਕ ਜਿਹੜਾ ਨਾ ਉਹ ਕੋਈ ਹੋ ਨਹੀਂ ਸਕਦਾ, ਮੈਂ ਸਭ ਤੋਂ ਵੱਧ ਚਲਾਕ ਹਾਂ ਤੇ ਚਤੁਰ ਹਾਂ। ਜਿਸ ਕਰਕੇ ਇਨਸਾਨ ਨੇ ਇੱਥੋਂ ਤੱਕ ਆਪਣੀ ਮੱਤ ਨੂੰ ਚਲਾਕ ਤੇ ਚਤੁਰ ਸਮਝ ਲਿਆ, ਇਹਨੇ ਇਹ ਵੀ ਪੱਕਿਆਂ ਕਰ ਲਿਆ ਆਪਣੇ ਮਨ ਵਿੱਚ ਕਿ ਮੇਰੇ ਨਾਲੋਂ ਵੱਧ ਕੇ ਚਲਾਕ ਕੋਈ ਨਹੀਂ, ਤੇ ਇਹੀ ਇਨਸਾਨ ਮੁੜ ਕੇ ਰੱਬ ਔਰ ਗੁਰੂ ਦੇ ਸਨਮੁਖ ਵੀ ਆਪਣੀਆਂ ਚਤੁਰਾਈਆਂ ਜਿਹੜੀਆਂ ਉਹ ਕਰਨ ਲੱਗ ਪੈਂਦਾ ਹੈ। ਅਸਲ ਦੇ ਅੰਦਰ ਸੰਸਾਰਕ ਤੌਰ ਉੱਤੇ ਚਲਾਕੀਆਂ ਤੇ ਚਤੁਰਾਈਆਂ ਦੀ ਬਾਤ ਅਲੱਗ ਹੈ, ਪਰ ਜਦੋਂ ਧਰਮ ਦੀ ਦੁਨੀਆ ਵਿੱਚ ਵਿਚਰਦੇ ਆ ਤੇ ਉਦੋਂ ਆਪਣੇ ਆਪ ਨੂੰ ਚਲਾਕ ਅਖਵਾਉਣ ਵਾਲਾ ਮਨੁੱਖ ਧਰਮ ਦੀ ਦੁਨੀਆ ਵਿੱਚ ਵੀ ਚਤੁਰਾਈਆਂ ਵਰਤਣ ਲੱਗ ਜਾਂਦਾ ਹੈ। ਇਹਨੇ ਜਦੋਂ ਚਤੁਰਾਈਆਂ ਵਰਤੀਆਂ ਨਾ, ਤੇ ਚਤੁਰਾਈਆਂ ਵਰਤਦਿਆਂ ਹੋਇਆਂ ਇਹਨੇ ਇਹ ਸੋਚ ਨਾਲ ਰੱਖੀ ਹੈ ਵੀ ਸ਼ਾਇਦ ਇਹਨਾਂ ਚਤੁਰਾਈਆਂ ਦੇ ਨਾਲ, ਇਹਨਾਂ ਚਲਾਕੀਆਂ ਦੇ ਨਾਲ ਮੈਂ ਅਕਾਲ ਪੁਰਖ ਪਰਮੇਸ਼ਵਰ ਦੀਆਂ ਅੱਖਾਂ ਵਿੱਚ ਵੀ ਸ਼ਾਇਦ ਘਟਾ ਪਾ ਲਵਾਂ, ਜਾਂ ਹੋ ਸਕਦਾ ਹੈ ਕਿ ਮੈਂ ਆਪਣੀਆਂ ਚਲਾਕੀਆਂ ਤੇ ਚਤੁਰਾਈਆਂ ਨਾਲ ਗੁਰੂ ਨੂੰ ਆਪਣੇ ਉੱਪਰ ਪ੍ਰਸੰਨ ਕਰ ਲਵਾਂ। ਇਹਦੇ ਮਨ ਦਾ ਇੱਕ ਭਰਮ ਹੈ। ਸਤਿਗੁਰੂ ਜੀ ਨੇ ਆਖਿਆ, ਕਹਿੰਦੇ ਹੁਣ ਚਤੁਰਾਈਆਂ ਤੇ ਬਹੁਤ ਲੈ ਕੇ ਬੈਠਾ, ਜੇ ਚਤੁਰਾਈਆਂ ਨਾ ਹੁੰਦੀਆਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਦੇ ਇਹ ਲਫ਼ਜ਼ ਵਰਤਦੇ ਨਹੀਂ ਸਨ ਕਿ ਇਹ ਮਨ ਚੰਚੁਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਨੇਤ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤਨੈ ਕੀਤੀ ਜਿਨ ਠਗੌਲੀ ਪਾਈਆ, ਕੁਰਬਾਨ ਕੀਤਾ ਤਿਸੈ ਬਿਟੋਂ ਜਿਨ ਮੋਹ ਮੀਠਾ ਲਾਇਆ, ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ। ਤੂੰ ਮਨਾ ਖਿਆਲ ਕਰ, ਅੱਜ ਤੱਕ ਚਲਾਕੀਆਂ ਦੇ ਨਾਲ ਕਿਸੇ ਨੂੰ ਹਾਸਲ ਨਹੀਂ ਹੋਇਆ, ਚਤੁਰਾਈਆਂ ਨਾਲ ਅੱਜ ਤੱਕ ਕਿਸੇ ਨੂੰ ਨਹੀਂ ਮਿਲਿਆ। ਫਿਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਪੜ੍ਹੋ, ਮਾਲਕ ਜੀ ਕਹਿੰਦੇ ਇਹ ਮਨ ਚੰਚਲ ਜਿਹੜਾ ਨਾ ਇੰਨਾ ਕੁ ਜ਼ਿਆਦਾ ਵੀ ਇਹ ਵਸ ਨਹੀਂ ਆਉਂਦਾ। ਇਹ ਮਨ ਚੰਚਲ ਵਸ ਨਾ ਆਵੇ, ਇਹ ਵਸ ਨਹੀਂ ਆਇਆ, ਇਹਨੂੰ ਬੜੀ ਕੋਸ਼ਿਸ਼ ਕੀਤੀ, ਬੜਾ ਯਤਨ ਕੀਤਾ ਵੀ ਇਹ ਵਸ 'ਚ ਆ ਜਾਏ, ਸਾਡੇ ਕਾਬੂ 'ਚ ਆ ਜਾਏ, ਪਰ ਇਹਦੇ ਕਾਬੂ ਵਿੱਚ ਲੈ ਕੇ ਆਉਣ ਦੇ ਲਈ ਸਾਡੇ ਕੋਲ ਨਾ ਤਰੀਕਾ ਸੀ ਤੇ ਨਾ ਹੀ ਕੋਈ ਢੰਗ ਸੀ। ਹੁਣ ਜਿਸ ਕਰਕੇ
ਇਹੀ ਚੰਚਲਤਾ ਵਾਲਾ ਮਨ ਸਾਡੇ ਵੱਸ ਤੋਂ ਬਾਹਰ ਹੋ ਕੇ ਆਪਣੇ ਅਧੀਨ ਸਾਨੂੰ ਕਰਕੇ ਬੈਠਾ ਹੈ ਤੇ ਅਸੀਂ ਇਹਦੇ ਅਨੁਸਾਰੀ ਪਏ ਚੱਲਦੇ ਹਾਂ। ਫਿਰ ਮਾਲਕ ਪਾਤਸ਼ਾਹ ਜੀ ਬੋਲੇ ਤੇ ਸਤਿਗੁਰੂ ਕਹਿੰਦੇ, ਪੌਣ ਪਾਣੀ ਅਗਨੀ ਕਾ ਮੇਲ, ਚੰਚਲ ਚਪਲ ਬੁੱਧ ਕਾ ਖੇਲ, 9 ਦੁਆਰੇ 9 ਦਰਵਾਜ਼ਾ 10ਵਾਂ ਦੁਆਰ, ਬੁੱਝਰੇ ਗਿਆਨੀ ਇਹ ਵਿਚਾਰ। ਹੁਣ ਖੇਡ ਤੇ ਸਾਰਾ ਪੌਣ ਪਾਣੀ ਅਗਨੀ ਕਾ ਮੇਲ, ਇਹਦੇ ਵਿੱਚ ਖੇਡ ਕੀ ਹੈ? ਚੰਚਲ ਚਪਲ ਬੁੱਧ ਕਾ ਖੇਲ। ਹੁਣ 9 ਦਰਵਾਜ਼ੇ 10ਵਾਂ ਦੁਆਰ, ਬੁੱਝਰੇ ਗਿਆਨੀ ਇਹ ਵਿਚਾਰ। ਜਿੰਨਾ ਚਿਰ ਇਨਸਾਨ 9 ਦਰਵਾਜ਼ਿਆਂ ਨਾਲ ਚਤੁਰਾਈਆਂ ਕਰ ਰਿਹਾ 10ਵੇਂ ਤੱਕ ਪਹੁੰਚ ਨਹੀਂ। ਜਿਨਨੇ 9 ਦਰਵਾਜ਼ਿਆਂ ਦੀ ਚਲਾਕੀ ਨੂੰ ਛੱਡ ਦਿੱਤਾ 10ਵੇਂ ਤੱਕ ਪਹੁੰਚ ਵੀ ਉਸੇ ਦੀ ਬਣੀ। ਜਿਹੜਾ ਜੀਵ ਪਹਿਲੀ ਪੌੜੀ ਦੇ ਉੱਤੇ, ਪਹਿਲੇ ਸਟੈਪ ਦੇ ਉੱਤੇ ਹੀ ਆਪਣਾ ਆਸਣ ਤੇ ਡੇਰਾ ਲਾ ਕੇ ਬਹਿ ਜਾਏ ਤੇ ਉੱਥੇ ਬੈਠਾ ਆਖੇ ਵੀ ਮੈਂ ਛੱਤ ਤੇ ਪਹੁੰਚ ਗਿਆ, ਹੁਣ ਉਹ ਕਦੇ ਚਾਹ ਕੇ ਵੀ ਛੱਤ ਉੱਤੇ ਪਹੁੰਚ ਨਹੀਂ ਸਕਦਾ, ਕਿਉਂਕਿ ਉਹ ਸੈਟੀਸਫਾਈ ਹੈ ਪਹਿਲੇ ਸਟੈਪ ਉੱਤੇ ਬਹਿ ਕੇ, ਪਹਿਲੀ ਪੌੜੀ ਉੱਤੇ ਬਹਿ ਕੇ ਉਹ ਸੰਤੁਸ਼ਟ ਹੋ ਗਿਆ ਕਿ ਮੈਂ ਛੱਤ ਉੱਤੇ ਪਹੁੰਚ ਗਿਆ ਤੇ ਹੁਣ ਇਹਦੇ ਤੋਂ ਅੱਗੇ ਕੁਝ ਨਹੀਂ ਹੈ। ਤੇ ਜਿਹੜਾ ਪਹਿਲੀ ਪੌੜੀ ਉੱਤੇ ਬਹਿ ਕੇ ਸੰਤੁਸ਼ਟ ਹੋ ਗਿਆ, ਸੈਟੀਸਫਾਈ ਹੋ ਗਿਆ, ਉਹ ਕਦੇ ਛੱਤ ਤੇ ਪਹੁੰਚ ਨਹੀਂ ਸਕਦਾ। ਪਹਿਲੀ ਪੌੜੀ ਨੂੰ ਛੱਡ ਕੇ ਦੂਜੀ ਤੇ ਕਦਮ ਰੱਖੇਗਾ, ਫਿਰ ਤੀਜੀ ਤੇ, ਜਿੰਨੇ ਸਟੈਪ ਨੇ ਉਹਨਾਂ ਨੂੰ ਤੈਅ ਕਰਕੇ ਜਦੋਂ ਫਿਰ ਛੱਤ ਤੇ ਟੈਰੇਸ ਤੇ ਪਹੁੰਚਦਾ ਉਦੋਂ ਸੈਟੀਸਫੈਕਸ਼ਨ ਹੋਵੇ ਤੇ ਬਾਤ ਵੱਖਰੀ ਹੈ। ਪਰ ਜਿਹੜਾ ਜੀਵ ਪੌੜੀਆਂ ਚੜ੍ਹਦਾ ਚੜ੍ਹਦਾ ਉਹਨਾਂ ਪੌੜੀਆਂ ਦੇ ਉੱਤੇ ਹੀ ਆਪਣਾ ਆਸਣ ਤੇ ਡੇਰਾ ਲਾ ਕੇ ਬਹਿ ਜਾਏ ਤੇ ਆਖੇ ਵੀ ਮੈਂ ਪਹੁੰਚ ਚੁੱਕਿਆ ਟੈਰੇਸ ਦੇ ਉੱਤੇ, ਛੱਤ ਦੇ ਉੱਤੇ, ਤੇ ਉਹਦੇ ਮਨ ਵਿਚਲੇ ਭਰਮ ਨੂੰ ਹੁਣ ਕਦੇ ਕੱਢਿਆ ਨਹੀਂ ਜਾ ਸਕਦਾ, ਉਹਦੇ ਮਨ ਵਿਚਲੇ ਭੁਲੇਖੇ ਨੂੰ ਅਸੀਂ ਕਦੇ ਦੂਰ ਨਹੀਂ ਕਰ ਸਕਦੇ। ਹੁਣ ਖਿਆਲ ਰੱਖਿਓ, 9 ਦਰਵਾਜ਼ੇ ਇਉਂ ਕਹਿ ਲਈਏ ਵੀ ਜਿਨ੍ਹਾਂ ਦਾ ਸਹਾਰਾ ਲੈ ਕੇ ਅਸੀਂ 10ਵੇਂ ਤੱਕ ਪਹੁੰਚਣਾ, ਪਰ ਜੇ ਅਸੀਂ ਇਹਨਾਂ ਤੱਕ ਹੀ ਫਸ ਕੇ ਰਹਿ ਗਏ ਤੇ ਫਿਰ ਅਸੀਂ 10ਵੇਂ ਤੱਕ ਸ਼ਾਇਦ ਕਦੀ ਪਹੁੰਚ ਵੀ ਨਾ ਸਕੀਏ। ਕਿਉਂਕਿ ਜਦੋਂ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਜ਼ਿਕਰ ਕੀਤਾ, ਆਪਾਂ ਪਿਛਲੇਰੇ ਦੀਵਾਨਾਂ ਵਿੱਚ ਵੀ ਵਿਚਾਰ ਕੇ ਆਏ ਸਾਂ ਕਿ ਸਤਿਗੁਰੂ ਜੀ ਆਖਦੇ ਨੇ ਨਾ, ਮਾਲਕ ਪਾਤਸ਼ਾਹ ਨੇ ਆਖਿਆ ਸੀ ਵੀ 10ਵਾਂ ਜਿਹੜਾ ਹੈ ਨਾ ਇਹ ਆਕਾਸ਼ ਹੈ, 10ਵੇਂ ਦਰਵਾਜ਼ੇ ਤੇ ਪਹੁੰਚਣਾ, ਜਾਂ ਮਨ ਜਿਹੜਾ ਇਹ ਜਦੋਂ 10ਵੇਂ ਆਕਾਸ਼ ਵਿੱਚ ਚੜ ਜਾਂਦਾ ਹੈ ਉੱਥੇ ਜਾ ਕੇ ਸੰਸਾਰਿਕ ਸਾਰੇ ਜਿਹੜੇ ਝਮੇਲੇ ਨੇ ਇਹਨਾਂ ਝਮੇਲਿਆਂ ਤੋਂ ਇਸ ਮਨ ਦਾ ਛੁਟਕਾਰਾ ਜਿਹੜਾ ਉਹ ਹੋ ਜਾਂਦਾ ਹੈ। ਮਨ ਜਦੋਂ 10ਵੇਂ ਆਕਾਸ਼ ਵਿੱਚ ਚੜ ਗਿਆ ਤੇ ਉਸ ਵਕਤ ਇਹਦੇ ਅੰਦਰ ਇੱਕ ਸਹਿਜ ਆ ਜਾਂਦਾ ਹੈ, ਇਹਦੇ ਅੰਦਰ ਇੱਕ ਅਡੋਲ ਅਵਸਥਾ ਆ ਜਾਂਦੀ ਹੈ, ਅੰਦਰ ਰਾਮ ਦਾ ਪ੍ਰਗਾਸ ਹੋ ਜਾਂਦਾ ਹੈ। ਉਸ ਜਗ੍ਹਾ ਦੇ ਉੱਤੇ ਜਾ ਕੇ ਮਾਇਆ ਦੀ ਜਿਹੜੀ ਚਲਾਕੀਆਂ ਦੀ, ਜਾਂ ਇਉਂ ਕਹਿ ਲਈਏ ਕਿ ਇਹ ਜਿਹੜਾ ਜੀਵ ਆਪਣੇ ਮਨਾਂ ਦੇ ਅੰਦਰ ਚਤੁਰਾਈਆਂ ਲੈ ਕੇ ਬੈਠਾ, ਜਾਂ ਆਪਣੇ ਮਨ ਦੇ ਅੰਦਰ ਜਿਹੜੀ ਭੁੱਖ ਲੈ ਕੇ ਬੈਠਾ, ਜਿਹੜੀ ਗਾਫਲਤਾ ਦੀ ਨੀਂਦ ਲੈ ਕੇ ਬੈਠਾ, ਇਹਨਾਂ ਸਾਰੀਆਂ ਚੀਜ਼ਾਂ ਤੋਂ ਫਿਰ ਛੁਟਕਾਰਾ ਹੋ ਜਾਂਦਾ। ਗਾਫਲਤਾ ਦੀ ਨੀਂਦ ਤੋਂ ਬਚ ਜਾਂਦਾ ਹੈ, ਮਾਇਆ ਦੀ ਭੁੱਖ ਤੋਂ ਬਚ ਜਾਂਦਾ ਹੈ। ਪਰ ਜਦੋਂ ਮਨ 10ਵੇਂ ਆਕਾਸ਼ ਵਿੱਚ ਚੜ ਜਾਂਦਾ ਹੈ, ਪਰ ਜਿੰਨਾ ਚਿਰ ਉਹ 9 ਦਰਵਾਜ਼ਿਆਂ ਵਿੱਚ ਫਸ ਕੇ ਬੈਠਾ ਹੈ, ਖਿਆਲ ਰੱਖਿਓ ਉਹਨਾਂ ਚਿਰ ਇਹਦੀ ਭੁੱਖ ਵੀ ਵੱਧਦੀ ਜਾਏਗੀ, ਉਹਨਾਂ ਚਿਰ ਇਹਦੀ ਨੀਂਦ ਵੀ ਵੱਧਦੀ ਜਾਏਗੀ, ਉਹਨਾਂ ਚਿਰ ਗਾਫਲਤਾ ਦੀ ਨੀਂਦ ਵਿੱਚ ਵੀ ਸੁੱਤਾ ਤੇ ਮਾਇਆ ਦੀ ਭੁੱਖ ਦਿਨ ਬਾ ਦਿਨ ਇਹਦੀਆਂ ਚਲਾਕੀਆਂ ਕਰਕੇ ਵੱਧਦੀ ਜਾ ਰਹੀ ਹੈ। ਸਗੋਂ ਉਹ ਘਟਣ ਦੀ ਬਜਾਏ ਇਹਨੂੰ ਇਹ ਲੱਗਾ ਕਿ ਮੈਂ ਆਪਣੀਆਂ ਚਲਾਕੀਆਂ ਚਤੁਰਾਈਆਂ ਦੇ ਨਾਲ ਲੋਕਾਂ ਨੂੰ ਮੂਰਖ ਬਣਾ ਸਕਦਾ, ਤੇ ਲੋਕਾਂ ਨੂੰ ਮੂਰਖ ਬਣਾਉਂਦਾ ਹੋਇਆ ਇਹ ਲੋਕਾਂ ਨੂੰ ਠੱਗਣ ਤੇ ਲੁੱਟਣ ਲੱਗ ਜਾਂਦਾ ਹੈ। ਹੁਣ ਲੋਕ ਇਹਦੇ ਸਿਆਣਪ ਦੇ, ਇਹਦੀ ਚਤੁਰਾਈ ਕਰਕੇ ਉਹਨਾਂ ਦੀਆਂ ਅੱਖਾਂ 'ਚ ਜਦੋਂ ਘੱਟਾ ਪਾਇਆ ਤੇ ਲੋਕ ਮੂਰਖ ਬਣੇ ਨੇ, ਲੁੱਟਣਾ ਸ਼ੁਰੂ ਕਰ ਲਿਆ। ਹੁਣ ਸਤਿਗੁਰੂ ਜੀ ਨੇ ਅੱਜ ਆਖਿਆ, ਕਹਿੰਦੇ ਇਹਦੇ ਅੰਦਰ ਚਤੁਰਾਈ ਬਹੁਤ ਹੈ, ਚੰਚਲਤਾ ਹੀ ਬੜੀ ਲੈ ਕੇ ਬੈਠਾ ਇਹ ਮਨ। ਤੇ ਮਾਲਕ ਜੀ ਨੇ ਆਖਿਆ, ਕਹਿੰਦੇ ਮਨ ਚੰਚਲ ਧਾਵੈ ਧਾਵਤ ਫੁਨ ਧਾਵੈ, ਇੰਨਾ ਕੁ ਜ਼ਿਆਦਾ ਚੰਚਲ ਹੈ ਕਿ ਦੌੜਦਾ ਧੌਂਦਾ, ਦੌੜਦਾ ਹੋਇਆ ਚਲਾਕੀਆਂ ਕਰਦਾ ਹੋਇਆ ਸੰਸਾਰ ਦੇ ਉੱਤੇ ਇਹ ਵਿਚਰਦਾ। ਤੇ ਖਿਆਲ ਕਰਿਓ, ਸੰਸਾਰਕ ਤੌਰ ਉੱਤੇ ਚਲਾਕੀਆਂ ਕਰਨੀਆਂ ਬਾਤ ਵੱਖਰੀ ਹੈ, ਪਰ ਜਦੋਂ ਜੀਵ ਸੰਸਾਰਕ ਤੌਰ ਉੱਤੇ ਚਤੁਰਾਈਆਂ ਕਰਦਾ, ਚਲਾਕੀਆਂ ਕਰਦਾ, ਧਰਮ ਦੀ ਦੁਨੀਆ ਵਿੱਚ ਆ ਕੇ ਵੀ ਚਤੁਰਾਈਆਂ ਵਰਤਣ ਲੱਗ ਜਾਂਦਾ, ਉਦੋਂ ਇਹ ਅਕਸਰ ਭਰਮ ਜਾਂਦਾ ਤੇ ਉਦੋਂ ਇਹ ਭਰਮਿਆ ਹੋਇਆ ਮਨ ਵਿੱਚ ਭੁਲੇਖਾ ਪਾਲ ਲੈਂਦਾ ਕਿ ਸ਼ਾਇਦ ਮੈਂ ਰੱਬ ਨੂੰ ਵੀ ਹੁਣ ਆਪਣੀਆਂ ਚਲਾਕੀਆਂ ਦਾ ਕਾਇਲ ਕਰ ਰਵਾਂ। ਜਿਵੇਂ ਅਕਸਰ ਆਪਾਂ ਇਹ ਸ਼ਬਦ ਵਿਚਾਰਦੇ ਹਾਂ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ।
ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਧਿਕ ਅਹਮ ਬੁੱਧ ਬਾਧੇ। ਹੁਣ ਖਿਮਾ ਕਰਿਓ, ਮੈਂ ਇਹ ਲਫ਼ਜ਼ ਵਰਤਣ ਲੱਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਤੇ ਇੱਥੇ ਕਹਿ ਸਕਦੇ ਹਾਂ ਕਿ ਮਨ ਦੀਆਂ ਚਤੁਰਾਈਆਂ ਸੀ ਜਿਹੜੀਆਂ ਇਹ ਕਰਨ ਲੱਗਾ। ਜਦੋਂ ਮਨ ਨੇ ਚਲਾਕੀਆਂ ਕੀਤੀਆਂ ਨਾ, ਹੁਣ ਜਿਵੇਂ ਆਪਾਂ ਹੱਥ ਵਿੱਚ ਬਾਣੀ ਦਾ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਲੈ ਕੇ ਬੈਠੇ ਹਾਂ, ਜਦੋਂ ਦੁਨੀਆ ਨੇ ਵੇਖਣਾ ਤੇ ਉਦੋਂ ਹੈਰਾਨ ਹੋ ਜਾਣਾ ਵੀ ਕਿੱਡਾ ਗੁਰਮੁਖ ਬੰਦਾ, ਗੁਰਮੁਖ ਪਿਆਰਾ, ਬਾਣੀ ਨਾਲ ਕਿੰਨਾ ਪ੍ਰੇਮ ਕਿੰਨਾ ਪਿਆਰ ਹੈ ਉਹਨੇ ਸਾਡੇ ਤੋਂ ਭੁਲੇਖਾ ਖਾ ਜਾਣਾ, ਉਹਨੇ ਭਰਮ ਜਾਣਾ। ਪਰ ਹੁਣ ਉਹ ਬਾਣੀ ਦੀ ਪੋਥੀ ਲੈ ਕੇ ਮੈਂ ਬੈਠਾ ਜਾਂ ਬਾਣੀ ਦਾ ਗੁਟਕਾ ਸਾਹਿਬ ਮੈਂ ਹੱਥ ਵਿੱਚ ਪਕੜਿਆ ਤੇ ਮੈਂ ਬਾਣੀ ਪੜ੍ਹ ਰਿਹਾ ਜਾਂ ਨਹੀਂ ਪੜ੍ਹ ਰਿਹਾ, ਇਹ ਮੈਂ ਜਾਣਦਾ ਤੇ ਜਾਂ ਪਰਮੇਸ਼ਵਰ ਜਾਣਦਾ। ਜੇ ਹੱਥ ਵਿੱਚ ਪੋਥੀ ਪਕੜੀ ਆ ਜਾਂ ਗੁਟਕਾ ਸਾਹਿਬ ਪਕੜਿਆ, ਵੇਖਣ ਵਾਲਾ ਤੇ ਇਹੀ ਅੰਦਾਜ਼ਾ ਲਾ ਰਿਹਾ ਨਾ ਕਿ ਇਹ ਬਾਣੀ ਪੜ੍ਹ ਰਿਹਾ ਭਾਈ, ਇਹਦਾ ਬਾਣੀ ਨਾਲ ਪ੍ਰੇਮ ਬਹੁਤ ਹੈ, ਕਿੰਨਾ ਪਿਆਰ ਹੈ ਇਹਦਾ ਬਾਣੀ ਦੇ ਨਾਲ, ਕਿ ਇਹ ਗੁਟਕਾ ਸਾਹਿਬ ਪਕੜ ਕੇ ਬੈਠਾ। ਬੜਾ ਲੰਮਾ ਸਮਾਂ ਹੋ ਗਿਆ, ਲੱਗਦਾ ਵੀ ਅੱਜ ਇਹਨੇ ਬਹੁਤ ਜ਼ਿਆਦਾ ਬਾਣੀ ਪੜ੍ਹਨੀ ਹੈ। ਉਹ ਵੇਖਣ ਵਾਲਾ ਭਰਮ ਗਿਆ। ਹੁਣ ਜਦੋਂ ਵੇਖਣ ਵਾਲਾ ਭਰਮਿਆ, ਮਨੁੱਖ ਦੇ ਮਨ ਵਿੱਚ ਆ ਗਿਆ ਵੀ ਜਿਵੇਂ ਦੁਨੀਆ ਭਰਮ ਗਈ, ਹੋ ਸਕਦਾ ਮੈਂ ਰੱਬ ਨੂੰ ਵੀ ਭਰਮਾ ਲਾਂ। ਬੈਠਾ ਰਿਹਾ। ਹੁਣ ਜਿੰਨਾ ਮਰਜ਼ੀ ਇਹ ਯਤਨ ਕਰਕੇ ਬੈਠਾ ਰਹੇ, ਪਰ ਰੱਬ ਨੇ ਤਾਂ ਨਹੀਂ ਨਾ ਭਰਮਣਾ, ਕਿਉਂਕਿ ਰੱਬ ਜਾਣਦਾ ਵੀ ਇਹ ਕੇਵਲ ਵਿਖਾਵੇ ਮਾਤਰ ਹੱਥ 'ਚ ਲੈ ਕੇ ਬੈਠਾ। ਪਤਾ ਤੇ ਇਹਨੂੰ ਇਹ ਵੀ ਨਹੀਂ ਕਿ ਮੈਂ ਇਹਨੂੰ ਦੱਸਣਾ ਕੀ ਚਾਹੁੰਦਾ ਜਾਂ ਗੁਰਬਾਣੀ ਕਹਿ ਕੀ ਰਹੀ ਹੈ, ਪਤਾ ਤੇ ਇਹ ਵੀ ਨਹੀਂ। ਬਸ ਹੱਥ ਵਿੱਚ ਇੱਕ ਪੋਥੀ ਸਾਹਿਬ ਜਾਂ ਗੁਟਕਾ ਸਾਹਿਬ ਲੈ ਕੇ ਬੈਠਾ। ਹੁਣ ਉਹ ਕੀ ਹੈ? ਕੇਵਲ ਵਿਖਾਵੇ ਮਾਤਰ। ਦੁਨੀਆ ਨੂੰ ਭਰਮਾ ਲਿਆ, ਪਰ ਰੱਬ ਨੇ ਉੱਥੇ ਨਹੀਂ ਪਰਮਨਾ। ਜਿੰਨਾ ਮਰਜ਼ੀ ਯਤਨ ਕਰ ਲਈਏ, ਮਾਲਕ ਨੇ ਇਸੇ ਕਰਕੇ ਕਿਹਾ ਨਾ, ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਵੰਗਮ ਸਾਧੇ, ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਦਕ ਅਹਮ ਬੁੱਧ ਬਾਧੇ ਪਿਆਰੇ, ਇਨ ਵਿਦ ਮਿਲਨ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਹੁਣ ਇਸ ਇਨਸਾਨ ਦੁਆਰਾ ਇਹ ਜਿੰਨੇ ਧਰਮ ਦੇ ਕੰਮ ਕੀਤੇ ਗਏ ਨਾ, ਇਹ ਧਰਮ ਦੇ ਕੰਮਾਂ ਨੇ ਦੁਨੀਆ ਨੂੰ ਤੇ ਭਰਮ ਵਿੱਚ ਪਾ ਦਿੱਤਾ। ਧਰਮ ਦੇ ਕੰਮਾਂ ਨੇ ਦੁਨੀਆ ਨੂੰ ਤੇ ਭਰਮਾ ਲਿਆ, ਭੁਲੇਖੇ ਵਿੱਚ ਪਾ ਦਿੱਤਾ। ਪਰ ਇਹਨਾਂ ਧਾਰਮਿਕ ਕੰਮਾਂ ਦੇ ਨਾਲ ਜਿੰਨਾ ਚਿਰ ਇਹਨਾਂ ਦੇ ਮਗਰ ਮਕਸਦ ਮਨ ਦਾ ਨਹੀਂ, ਜਿੰਨਾ ਚਿਰ ਇਸ ਧਾਰਮਿਕ ਕਰਮਾਂ ਦੇ ਮਗਰ ਮਨ ਦੀ ਭਾਵਨਾ ਨਹੀਂ ਖਿਆਲ ਰੱਖਿਓ, ਉਹਨਾਂ ਚਿਰ ਇਹ ਕੇਵਲ ਭਰਮ ਹੈ। ਔਰ ਜਿੰਨਾ ਚਿਰ ਜੀਵ ਆਪਣੇ ਮਨ ਕਰਕੇ ਜਾਂ ਹਿਰਦੇ ਕਰਕੇ ਇਹ ਕਰਮ ਨਹੀਂ ਕਰਦਾ, ਉਹਨਾਂ ਚਿਰ ਰੱਬ ਦੇ ਦਰ ਤੇ ਪਰਵਾਨੇ ਵੀ ਨਹੀਂ ਜਾਣਗੇ। ਜਿੰਨਾ ਮਰਜ਼ੀ ਯਤਨ ਕਰ ਲਏ, ਉਹਨਾਂ ਚਿਰ ਸਿਰਫ ਇੱਕ ਭਰਮ ਸੀ, ਇੱਕ ਚਲਾਕੀ ਹੈ, ਚਤੁਰਾਈ ਹੈ, ਜਿਹੜੀ ਚਤੁਰਾਈ ਕਰਕੇ ਤੇ ਮੈਂ ਰੱਬ ਨੂੰ ਵੀ ਆਪਣੀ ਚਤੁਰਾਈ ਦੇ ਅਧੀਨ ਕਰਨਾ ਚਾਹੁੰਦਾ। ਮੇਰੇ ਮਾਲਕ ਜੀ ਨੇ ਅੱਜ ਆਖਿਆ, ਕਹਿੰਦੇ ਹੁਣ ਅੰਦਰ ਇਹ ਬੜੀ ਚਤੁਰਾਈ ਲੈ ਕੇ ਬੈਠਾ, ਮਨ ਹੈ ਬਹੁਤ ਚੰਚਲ। ਫਿਰ ਸਤਿਗੁਰੂ ਜੀ ਨੇ ਜਿੱਥੇ ਬਾਣੀ ਰਾਹੀਂ ਸਮਝਾਇਆ ਨਾ, ਉੱਥੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਆਪਣੀ ਰਚਨਾ ਵਿੱਚ। ਉਹਨਾਂ 3 ਉਦਾਹਰਨਾਂ ਦਿੱਤੀਆਂ। ਇੱਕ ਉਦਾਹਰਨ ਦਿੰਦੇ ਉਹ ਆਲਣੇ ਵਿੱਚ ਰਹਿਣ ਵਾਲੇ ਪੰਛੀ ਦੀ, ਦੂਜੀ ਉਦਾਹਰਨ ਦਿੰਦੇ ਉਹ ਇੱਕ ਮਨੁੱਖ ਦੀ, ਇਸਤਰੀ ਦੀ, ਜਿਹੜੀ ਮਾਂ ਰੂਪ ਵਿੱਚ ਹੈ, ਤੇ ਤੀਜੀ ਉਦਾਹਰਨ ਉਹਨਾਂ ਨੇ ਦਿੱਤੀ ਇੱਕ ਮੱਛੀ ਦੀ, ਮੀਨ ਦੀ। ਇਹ 3 ਉਦਾਹਰਨਾਂ ਦੇਣ ਤੋਂ ਬਾਅਦ ਉਹਨਾਂ ਚੌਥੀ ਗੱਲ ਕੀਤੀ ਮਨ ਦੀ ਚੰਚਲਤਾਈ ਤੇ ਚਤੁਰਾਈ ਦੀ। ਹੁਣ ਉਹਨਾਂ ਨੇ ਨਾ ਬੜਾ ਪਿਆਰਾ ਜ਼ਿਕਰ ਕੀਤਾ ਭਾਈ ਗੁਰਦਾਸ ਜੀ ਨੇ, ਕਿਉਂਕਿ ਉਹਨਾਂ 2 ਗੱਲਾਂ ਇਸ ਰਚਨਾ ਵਿੱਚ ਕੀਤੀਆਂ ਵੀ ਮਨ ਜਿਹੜਾ ਨਾ ਇਹ ਚੰਚਲਤਾਈ ਕਰਕੇ, ਚਤੁਰਾਈ ਕਰਕੇ ਚਾਰੇ ਦਿਸ਼ਾਵਾਂ ਵਿੱਚ ਘੁੰਮਦਾ ਹੈ, ਭਟਕਦਾ ਹੈ, ਇਹਦੇ ਕੋਲ ਟਿਕਾਣਾ ਨਹੀਂ, ਇਹਦੇ ਕੋਲ ਸਥਿਰਤਾ ਨਹੀਂ ਹੈ। ਪਰ ਉਹਨਾਂ ਚਿਰ ਸਥਿਰਤਾ ਨਹੀਂ ਹੈ ਜਿੰਨਾ ਚਿਰ ਇਹਨੂੰ ਗੁਰੂ ਦਾ ਮਿਲਾਪ ਨਹੀਂ ਹੋ ਜਾਂਦਾ। ਜਿੱਦਣ ਇਹਨੂੰ ਗੁਰੂ ਮਿਲ ਜਾਏ, ਉਦਣ ਇਹੀ ਭਟਕਦਾ ਹੋਇਆ ਮਨ ਜਿਹੜਾ ਉਹਨੂੰ ਸਥਿਰਤਾ ਮਿਲ ਜਾਂਦੀ ਹੈ। ਮਨ ਉਹਨਾਂ ਚਿਰ ਜ਼ਰੂਰ ਭਰਮੇਗਾ ਜਿੰਨਾ ਚਿਰ ਇਹਦੇ ਕੋਲ ਟਿਕਾਣਾ ਨਹੀਂ ਹੈ, ਸਥਿਰਤਾ ਨਹੀਂ ਹੈ। ਜਦੋਂ ਘਰ ਮਿਲ ਗਿਆ, ਟਿਕਾਣਾ ਮਿਲ ਗਿਆ, ਸਥਿਰਤਾ ਮਿਲ ਗਈ, ਮਨ ਉਸ ਦਿਨ ਭਰਮਣਾ ਬੰਦ ਕਰ ਦਿੰਦਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਘੌਂਸਲੇ ਮੈਂ ਆਂਡਾ ਛਾੜ ਉੱਡਤ ਆਕਾਸ਼ਚਾਰੀ। ਘੌਂਸਲੇ ਦੇ ਵਿੱਚ ਪੰਛੀ ਨੇ ਆਂਡਾ ਦਿੱਤਾ, ਉਹ ਆਂਡਾ ਦੇ ਕੇ ਹੁਣ ਆਕਾਸ਼ਚਾਰੀ ਕਿਹਾ ਜਾਂਦਾ ਉੱਡਣ ਵਾਲੇ ਪੰਛੀ ਨੂੰ। ਕਹਿੰਦੇ ਵੀ ਉਹ ਆਕਾਸ਼ ਵਿੱਚ ਉੱਡਦਾ। ਹੁਣ ਸਾਰਾ ਦਿਨ ਉਹ ਉੱਡਦਾ ਰਿਹਾ। ਸੰਧਿਆ ਹੋਤ, ਜਦੋਂ ਸੰਧਿਆ ਹੋਈ, ਆਂਡਾ ਹੋਤ ਚੇਤ, ਆਂਡੇ ਨੂੰ ਚੇਤੇ ਕੀਤਾ ਤੇ ਆਂਡੇ ਨੂੰ ਚੇਤੇ ਕਰਕੇ ਉਹ ਫੇਰ ਦੁਬਾਰਾ ਘੌਂਸਲੇ ਵਿੱਚ ਪਰਤ ਆਇਆ। ਸਾਰਾ ਦਿਨ ਸਵੇਰ ਹੋਈ, ਸਵੇਰ ਹੋਣ ਤੇ ਉਹ ਆਕਾਸ਼ਚਾਰੀ ਆਪਣੇ ਘੌਂਸਲੇ 'ਚ ਉੱਡਿਆ। ਉਹਨੇ ਆਪਣਾ ਆਂਡਾ ਛੱਡ ਕੇ ਉੱਥੋਂ ਉੱਡਿਆ, ਉਡਾਰੀ ਮਾਰ ਕੇ ਚਲਾ ਗਿਆ। ਉਡਾਰੀ ਮਾਰ ਕੇ ਗਿਆ
ਜਦੋਂ ਸਾਰਾ ਦਿਨ ਉੱਡਿਆ ਰਿਹਾ, ਕਿਤੇ ਕਦੇ ਕਿਤੇ ਟਿਕਾਣਾ ਕਰਕੇ ਬੈਠਦਾ, ਕਦੇ ਕਿਤੇ ਬੈਠਦਾ, ਸਾਰਾ ਦਿਨ ਦਾਣਾ ਚੁਗਦਾ ਰਿਹਾ। ਚੁਗਣ ਤੋਂ ਬਾਅਦ 'ਚ ਜਦੋਂ ਸ਼ਾਮਾਂ ਪਈਆਂ, ਸੰਧਿਆ ਪਈ ਤੇ ਮਨ ਵਿੱਚ ਫਿਰ ਆਂਡੇ ਦਾ ਖਿਆਲ ਆਇਆ। ਮਨ ਦੇ ਅੰਦਰ ਉਸੇ ਆਂਡੇ ਪ੍ਰਤੀ ਹੇਤ ਪੈਦਾ ਹੋਇਆ, ਦੁਬਾਰਾ ਪਰਤ ਕੇ ਫਿਰ ਆਲਣੇ ਵਿੱਚ ਆ ਜਾਂਦਾ ਹੈ। ਦੂਜੀ ਗੱਲ ਕੀਤੀ ਉਹਨਾਂ, ਕਹਿੰਦੇ ਜਿਵੇਂ ਤ੍ਰਿਆ ਛਾੜ ਸੁੱਤ ਜਾਤ ਬਨ ਖੰਡ ਵਿਖੇ, ਇੱਕ ਇਸਤਰੀ ਆਪਣੇ ਸੁੱਤ ਨੂੰ ਛੱਡ ਕੇ, ਆਪਣੇ ਬੱਚੇ ਨੂੰ ਛੱਡ ਕੇ, ਹੁਣ ਉੱਥੇ ਗੱਲ ਉਸ ਇਸਤਰੀ ਦੀ ਹੈ ਜਿਹੜੀ ਮਜ਼ਦੂਰ ਕਹਿ ਸਕਦੇ ਆ, ਬੜੀ ਆਰਥਿਕ ਪੱਖ ਤੋਂ ਕਮਜ਼ੋਰ ਹੈ, ਜਿਨ੍ਹਾਂ ਦੇ ਹਾਲਾਤ, ਉਹ ਮਾਂ ਆਪਣੇ ਬੱਚੇ ਨੂੰ, ਔਲਾਦ ਨੂੰ ਛੱਡ ਕੇ ਆਪਣੇ ਘਰ ਦੇ ਅੰਦਰ ਜੰਗਲਾਂ ਦੇ ਵਿੱਚ ਜਾਂਦੀ, ਬਨਖੰਡ ਦੇ ਬਨ ਵਿੱਚ ਜਾਂਦੀ ਹੈ। ਕੀ ਕਰਨ ਵਾਸਤੇ? ਉਹ ਕੱਕਰ ਚੁਗਣ ਵਾਸਤੇ ਜਾਂ ਤ੍ਰਿਣ ਦਾਣਾ ਆਪਣਾ ਇਕੱਠਾ ਕਰਨ ਵਾਸਤੇ, ਜੋ ਵੀ ਉਹ ਕਰ ਸਕਦੀ, ਬਾਲਣ ਇਕੱਠਾ ਕਰਨ ਵਾਸਤੇ ਉਹ ਜੰਗਲ ਵਿੱਚ ਗਈ। ਹੁਣ ਜਦੋਂ ਉਹ ਜੰਗਲ ਵਿੱਚ ਜਾ ਕੇ ਬਾਲਣ ਚੁਗਦੀ ਹੈ, ਬਾਲਣ ਚੁਗਦੀ ਦਾ ਖਿਆਲ ਵੀ ਘਰ ਦੇ ਵਿੱਚ ਪਏ ਬੱਚੇ ਵਾਲੇ ਪਾਸੇ ਹੈ, ਤੇ ਜਿਹੜਾ ਸੁੱਤ ਦਾ ਪ੍ਰਤੀ ਹੇਤ ਹੈ, ਸੁੱਤ ਦੇ ਪ੍ਰਤੀ ਪ੍ਰੇਮ ਹੈ, ਉਹੀ ਸੁੱਤ ਪ੍ਰਤੀ ਪ੍ਰੇਮ ਜਿਹੜਾ ਉਹ ਮੁੜ ਫਿਰ ਘਰ ਦੇ ਅੰਦਰ ਲੈ ਆਉਂਦਾ ਤੇ ਬੜੀ ਛੇਤੀ ਉਹ ਆਪਣਾ ਕਾਰਜ ਨਿਬੇੜਦੀ, ਆਪਣੇ ਘਰ ਵਿੱਚ ਪਰਤ ਆਉਂਦੀ ਹੈ। ਫਿਰ ਤੀਜੀ ਉਦਾਹਰਣ ਦਿੱਤੀ ਭਾਈ ਗੁਰਦਾਸ ਜੀ ਨੇ, ਕਹਿੰਦੇ ਵੀ ਇੱਕ ਮੱਛੀ ਨਾ, ਉਹਨੂੰ ਪਾਲਣ ਵਾਸਤੇ ਜੀਵ ਨੇ ਕੀ ਕੀਤਾ ਕਿ ਆਪ ਇੱਕ ਪਾਣੀ ਦਾ ਪ੍ਰਬੰਧ ਕਰ ਲਿਆ, ਇੱਕ ਜਗ੍ਹਾ ਦੇ ਉੱਤੇ ਵੀ ਜਿੱਥੇ ਸਾਫ਼ ਸੁਥਰਾ ਪਾਣੀ ਰੱਖ ਲਿਆ ਗਿਆ, ਜਾਂ ਕੋਈ ਇਸ ਤਰ੍ਹਾਂ ਦਾ ਪ੍ਰਬੰਧ ਕਰ ਲਿਆ ਗਿਆ ਪਾਣੀ ਅੰਦਰ ਵੀ ਮੱਛੀਆਂ ਨੂੰ ਆਸਾਨੀ ਨਾਲ ਉਹਦੇ 'ਚ ਛੱਡ ਦਿੱਤਾ ਜਾਏ। ਹੁਣ ਉਹਨੇ ਮੱਛੀਆਂ ਨੂੰ ਪਕੜ ਕੇ ਲਿਆਂਦਾ ਜਾਂ ਖਰੀਦ ਕੇ ਲਿਆਂਦਾ, ਜਿਵੇਂ ਮਰਜ਼ੀ ਕਹਿ ਲਓ, ਕਿਉਂਕਿ ਸ਼ੌਂਕ ਹੈ ਆਪਣਾ ਵੱਖਰਾ ਵੱਖਰਾ। ਕਿਸੇ ਨੇ ਮੱਛੀ ਪਾਲਣ ਦਾ ਕੰਮ ਹੀ ਕਰਨਾ ਸ਼ੁਰੂ ਕਰ ਲਿਆ ਤੇ ਕਿਸੇ ਨੇ ਸ਼ੌਂਕ ਵਾਸਤੇ ਆਪਣੇ ਘਰ ਵਿੱਚ ਰੱਖੀਆਂ। ਤੇ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿੰਦੇ ਉਹ ਲਿਆ ਕੇ ਕੁੰਡ ਦੇ ਅੰਦਰ, ਪਾਣੀ ਦਾ ਜਿਹੜਾ ਕੁੰਡ ਸੀ ਨਾ, ਉਹਦੇ ਵਿੱਚ ਛੱਡ ਦਿੱਤਾ ਗਿਆ ਉਸ ਜਲਚਰੀ ਨੂੰ, ਉਸ ਮੱਛੀ ਨੂੰ। ਹੁਣ ਉਹ ਮੱਛੀ ਨੂੰ ਛੱਡ ਦਿੱਤਾ ਗਿਆ, ਜਿਹੜਾ ਛੱਡਣ ਵਾਲਾ ਹੈ ਨਾ, ਉਹ ਉਹਨੂੰ ਵੇਖਦਾ, ਰੋਜ਼ ਉਹਦੇ ਕੌਤਕ ਵੇਖਦਾ, ਰੋਜ਼ ਉਹਦੇ ਤਮਾਸ਼ੇ ਵੇਖਦਾ ਵੀ ਉਹ ਕੀ ਕਰ ਰਹੀ ਹੈ। ਪਰ ਜਿੱਦਣ ਉਹਦਾ ਚਿੱਤ ਕਰਦਾ, ਜਿੱਦਣ ਉਹਦਾ ਮਨ ਕਰਦਾ, ਉਦਣ ਆਪਣੀ ਮਰਜ਼ੀ ਨਾਲ ਉਹਨੂੰ ਪਕੜ ਲੈਂਦਾ ਤੇ ਮਰਜ਼ੀ ਦੇ ਨਾਲ ਫਿਰ ਉਹਦੇ ਨਾਲ ਕੌਤਕ, ਉਹਦੇ ਨਾਲ ਤਮਾਸ਼ੇ ਜਿਹੜੇ ਉਹ ਕਰਦਾ। ਹੋ ਸਕਦਾ ਹੈ ਉਹ ਮੱਛੀ ਰੱਖਣ ਵਾਲਾ ਜਿਹਨੇ ਮੱਛੀ ਪਕੜੀ ਹੈ ਉਹ ਆਪਣੇ ਭੋਜਨ ਵਾਸਤੇ ਵਰਤ ਲਏ, ਹੋ ਸਕਦਾ ਉਹ ਕਿਸੇ ਹੋਰ ਕਰਮ ਲਈ ਵਰਤ ਲਏ, ਪਰ ਗੱਲ ਇਹ ਹੈ ਕਿ ਉਹਨੇ ਲਿਆ ਕੇ ਛੱਡੀਆਂ ਮੱਛੀਆਂ ਆਪਣੀ ਮਰਜ਼ੀ ਨਾਲ ਭਰਮਦੀਆਂ ਨੇ, ਆਪਣੀ ਮਰਜ਼ੀ ਨਾਲ ਪਾਣੀ ਵਿੱਚ ਘੁੰਮਦੀਆਂ, ਪਰ ਛੱਡਣ ਵਾਲੇ ਦਾ ਜਦੋਂ ਚਿੱਤ ਚਾਹਿਆ, ਜਦੋਂ ਉਹਦਾ ਮਨ ਵਿੱਚ ਆਇਆ, ਉਹਨੇ ਉਸੇ ਵਕਤ ਮੱਛੀ ਨੂੰ ਪਕੜਿਆ ਤੇ ਮਨ ਭਾਉਂਦਾ ਕੌਤਕ ਉਹਦੇ ਨਾਲ ਕੀਤਾ। ਹੁਣ ਤਿੰਨ ਉਦਾਹਰਨਾਂ ਦੇਣ ਤੋਂ ਬਾਅਦ ਵਿੱਚ ਨਾ ਭਾਈ ਗੁਰਦਾਸ ਜੀ ਕਹਿੰਦੇ ਇਦਾਂ ਹੀ ਜਿਹੜਾ ਸਾਡਾ ਚਿੱਤ ਹੈ ਨਾ, ਉਹ ਬੜਾ ਚੰਚਲ ਹੈ, ਤੇ ਉਹ ਚੰਚਲ ਚਿੱਤ ਜਿਹੜਾ ਨਾ, ਇਹ ਚਾਰੇ ਦਿਸ਼ਾਵਾਂ ਵਿੱਚ ਘੁੰਮ ਰਿਹਾ, ਚਾਰੇ ਦਿਸ਼ਾਵਾਂ ਵਿੱਚ ਭਟਕ ਰਿਹਾ। ਹੁਣ ਚਾਰੇ ਦਿਸ਼ਾਵਾਂ ਵਿੱਚ ਭਟਕਦਾ ਹੋਇਆ ਚਿੱਤ, ਭਟਕਦਾ ਹੋਇਆ ਚੰਚਲ ਮਨ, ਇਹਨੂੰ ਭਾਈ ਗੁਰਦਾਸ ਜੀ ਨੇ ਪੰਛੀ ਦੀ ਨਿਆਈ ਦੱਸਿਆ ਵੀ ਇਹ ਪੰਛੀ ਵਰਗਾ ਹੈ ਜਿਹੜਾ ਭਟਕਦਾ, ਭਰਮਦਾ ਹੈ, ਤੇ ਭਰਮਦਾ ਕਿੱਡੀ ਦੂਰ ਨਿਕਲ ਜਾਂਦਾ, ਇਹਨੂੰ ਕਿਸੇ ਗੱਲ ਦਾ ਤਕਾਜ਼ਾ ਨਹੀਂ। ਪਰ ਜੇ ਕਿਤੇ ਗੁਰੂ ਰੂਪੀ ਬੋਹਿਤ, ਗੁਰੂ ਰੂਪ ਸਾਗਰ ਦੇ ਵਿੱਚ ਚੱਲਣ ਵਾਲਾ ਜਹਾਜ਼, ਜਦੋਂ ਉਹਦਾ ਸਹਾਰਾ ਇਹ ਚੰਚਲ ਮਨ ਲੈ ਲੈਂਦਾ ਹੈ ਨਾ, ਤੇ ਫਿਰ ਉਹੀ ਸਹਾਰਾ ਗੁਰੂ ਕਾ, ਉਹੀ ਆਸਰਾ ਹੈ ਜਿਹੜਾ ਇਸ ਚੰਚਲ ਮਨ ਨੂੰ, ਇਹਦੀ ਚੰਚਲਤਾਈ ਵਿੱਚੋਂ ਬਾਹਰ ਕੱਢ ਕੇ ਤੇ ਇਹਨੂੰ ਟਿਕਾ ਲੈਂਦਾ। ਮਨ ਦੀ ਚੰਚਲਤਾਈ ਉਦੋਂ ਮੁੱਕ ਜਾਂਦੀ ਹੈ ਜਦੋਂ ਜੀਵ ਗੁਰੂ ਦਾ ਆਸਰਾ, ਗੁਰੂ ਦਾ ਸਹਾਰਾ ਲੈ ਲੈਂਦਾ। ਨਹੀਂ ਤੇ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਫੈਸਲਾ ਦਿੱਤਾ, ਕਹਿੰਦੇ ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਇਹ ਬੜੀਆਂ ਚਤੁਰਾਈਆਂ ਲੈ ਕੇ ਬੈਠਾ, ਆਪਣੇ ਮਨ ਦੇ ਵਿੱਚ ਬੜੀਆਂ ਚਲਾਕੀਆਂ ਲੈ ਕੇ ਬੈਠਾ, ਰੱਬ ਨੂੰ ਭਰਮਾਉਣ ਵਾਸਤੇ, ਗੁਰੂ ਨੂੰ ਭਰਮਾਉਣ ਵਾਸਤੇ ਆਪਣੇ ਮਨ ਦੀਆਂ ਚਲਾਕੀਆਂ ਤੇ ਚਤੁਰਾਈਆਂ ਜੀਵ ਬੜੀ ਪ੍ਰਕਾਰ ਦੇ ਨਾਲ ਵਰਤਦਾ ਹੈ। ਕੀਤਾ ਕਰਤਿਆ ਬਿਰਥਾ ਗਿਆ, ਇੱਕ ਤਿਲ ਥਾਏ ਨਾ ਪਾਈ। ਹੁਣ ਇਹਨੇ ਚਲਾਕੀਆਂ ਨਾਲ ਫਿਰ ਕੀਤਾ ਬਹੁਤ ਕੁਝ, ਜਿਵੇਂ ਆਪਾਂ ਪਹਿਲਾਂ ਵਿਚਾਰਿਆ ਨਾ, ਇਹਨੇ ਪਾਠ ਵੀ ਪੜ੍ਹੇ, ਵੇਦ ਵੀ ਵਿਚਾਰੇ, ਧਾਰਮਿਕ ਗ੍ਰੰਥਾਂ ਨੂੰ ਪੜ੍ਹਿਆ ਵੀ, ਵਿਚਾਰਿਆ ਵੀ, ਧਰਮ ਦੇ ਕਰਮ ਵੀ ਬਹੁਤ ਕੀਤੇ। ਹੁਣ ਕਰਤੇ ਰਿਹਾ, ਲੋਕ ਤੇ ਵਾਹ ਦੇ ਹੀ ਰਹੇ ਨੇ, ਲੋਕ ਤੇ ਵਾਹ ਕਰ ਹੀ ਰਹੇ ਨੇ, ਸ਼ੋਭਾ ਕਰ ਰਹੇ, ਲੋਕ ਵਡਿਆਈ ਦੇ ਰਹੇ। ਪਰ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਫੈਸਲਾ, ਕਹਿੰਦੇ ਕੀਤਾ ਕਰਤਾ ਬਿਰਥਾ ਗਿਆ। ਉਹ ਸਾਰਾ ਕੁਝ ਕੀਤਾ ਹੋਇਆ ਇਹਦਾ ਵਿਅਰਥ ਹੈ, ਕਿਉਂਕਿ ਇਹਨੇ ਚਲਾਕੀਆਂ ਕੀਤੀਆਂ, ਚਤੁਰਾਈਆਂ ਕੀਤੀਆਂ, ਇਹਨੇ ਪ੍ਰੇਮ ਨਹੀਂ ਸੀ ਕੀਤਾ।
ਜੇ ਪ੍ਰੇਮ ਕਰਦਾ ਫਿਰ ਚਲਾਕੀਆਂ ਨਹੀਂ ਸੀ। ਜਿੱਥੇ ਚਲਾਕੀਆਂ ਨੇ ਉੱਥੇ ਕਦੇ ਪ੍ਰੇਮ ਨਹੀਂ ਹੋ ਸਕਦਾ, ਤੇ ਜਿੱਥੇ ਪ੍ਰੇਮ ਹੋਵੇ ਉੱਥੇ ਜੀਵ ਕਦੇ ਚਤੁਰਾਈ ਨਹੀਂ ਜੇ ਵਰਤਦਾ। ਜਿੰਨਾ ਮਰਜ਼ੀ ਆਪਾਂ ਸੰਸਾਰਕ ਤੌਰ ਤੇ ਵੀ ਜੇ ਵੇਖਾਂਗੇ ਨਾ, ਤੇ ਜਿਸ ਮਰਜ਼ੀ ਢੰਗ ਨਾਲ ਇਹਨੂੰ ਪਰਖ ਕੇ ਵੇਖ ਲਓ, ਇੱਕ ਮਾਂ ਜਾਂ ਇੱਕ ਪੁੱਤਰ ਜਾਂ ਇੱਕ ਧੀ ਜਾਂ ਪਰਿਵਾਰ ਦੇ ਜਿੰਨੇ ਵੀ ਮੈਂਬਰ ਨੇ, ਜਿਨ੍ਹਾਂ ਦੇ ਵਿੱਚ ਆਪਸੀ ਪ੍ਰੇਮ ਬਹੁਤ ਹੈ, ਉਹ ਕਦੇ ਪਰਿਵਾਰ ਨਾਲ ਚਲਾਕੀਆਂ ਤੇ ਚਤੁਰਾਈਆਂ ਨਹੀਂ ਕਰਦੇ। ਤੇ ਜਿੱਥੇ ਆਪਸੀ ਪ੍ਰੇਮ ਨਾ ਹੋਵੇ ਉੱਥੇ ਅਕਸਰ ਚਤੁਰਾਈਆਂ ਤੇ ਚਲਾਕੀਆਂ ਹੀ ਵਰਤੀਆਂ ਜਾਂਦੀਆਂ ਨੇ। ਗੱਲ ਤੇ ਪ੍ਰੇਮ ਦੀ ਹੈ। ਜੇ ਮਾਂ ਤੇ ਪੁੱਤਰ ਵਿੱਚ ਬੜਾ ਪ੍ਰੇਮ ਹੈ, ਮਾਂ ਕਦੇ ਆਪਣੇ ਪੁੱਤਰ ਨਾਲ ਚਤੁਰਾਈਆਂ ਨਹੀਂ ਕਰਦੀ ਤੇ ਪੁੱਤਰ ਕਦੀ ਮਾਂ ਨਾਲ ਚਲਾਕੀਆਂ ਨਹੀਂ ਕਰਦਾ। ਜੇ ਪਿਤਾ ਤੇ ਧੀ ਦੇ ਵਿੱਚ ਬਹੁਤ ਪ੍ਰੇਮ ਹੈ, ਬੜਾ ਪਿਆਰ ਹੈ, ਤੇ ਧੀ ਆਪਣੇ ਪਿਤਾ ਨਾਲ ਕਦੇ ਚਤੁਰਾਈਆਂ ਨਹੀਂ ਕਰਦੀ ਤੇ ਪਿਤਾ ਕਦੇ ਆਪਣੀ ਧੀ ਨਾਲ ਚਲਾਕੀਆਂ ਨਹੀਂ ਕਰਦਾ। ਪਤੀ ਤੇ ਪਤਨੀ ਵਿੱਚ ਆਪਸੀ ਪ੍ਰੇਮ ਬਹੁਤ ਹੈ, ਤੇ ਜੇ ਪ੍ਰੇਮ ਆਪਸੀ ਬੜਾ ਜ਼ਿਆਦਾ ਹੈ, ਨਾ ਪਤੀ ਚਲਾਕੀਆਂ ਕਰੇ ਤੇ ਨਾ ਪਤਨੀ ਚਤੁਰਾਈਆਂ ਕਰੇ। ਗੱਲ ਤੇ ਪ੍ਰੇਮ ਦੀ ਹੈ। ਜਿੱਥੇ ਪ੍ਰੇਮ ਹੋਵੇ ਉੱਥੇ ਚਲਾਕੀਆਂ ਨਹੀਂ ਵਰਤੀ ਜਾਂਦੀਆਂ, ਤੇ ਜਿੱਥੇ ਚਲਾਕੀਆਂ ਵਰਤੀਆਂ ਜਾਣ, ਮੰਨ ਲਓ ਇਹ ਪੱਕਿਆਂ ਕਰਕੇ ਜਾਣ ਲਈਏ ਕਿ ਉਹ ਸਿਰਫ ਚਤੁਰਾਈਆਂ ਹੀ ਕੀਤੀਆਂ ਜਾ ਰਹੀਆਂ, ਉੱਥੇ ਪ੍ਰੇਮ ਨਹੀਂ ਹੈ। ਤੇ ਜੇ ਉਸ ਜਗ੍ਹਾ ਦੇ ਉੱਤੇ ਪ੍ਰੇਮ ਦੀ ਲਫ਼ਜ਼ ਦੀ ਵਰਤੋਂ ਕੀਤੀ ਵੀ ਜਾ ਰਹੀ ਹੈ, ਤੇ ਖਿਆਲ ਕਰਿਓ ਇਹ ਵੀ ਇੱਕ ਚਲਾਕੀ ਹੋਈ ਹੈ ਕਿ ਅਸੀਂ ਉਸ ਲਫ਼ਜ਼ ਨੂੰ ਵਰਤ ਕੇ ਦੂਜੇ ਇਨਸਾਨ ਨੂੰ ਭਟਕਣਾ ਚ ਪਾਉਣਾ ਚਾਹੁੰਦੇ ਹਾਂ। ਦੁਬਾਰਾ ਫਿਰ ਇਹ ਬੇਨਤੀ ਕਰਦਾ ਚੱਲਾਂ, ਜਿੱਥੇ ਪ੍ਰੇਮ ਹੈ ਨਾ ਉੱਥੇ ਚਤੁਰਾਈ ਨਹੀਂ, ਤੇ ਜਿੱਥੇ ਚਤੁਰਾਈ ਹੋਵੇ ਉੱਥੇ ਪ੍ਰੇਮ ਕਦੇ ਵੀ ਨਹੀਂ ਹੋ ਸਕਦਾ। ਤੇ ਜੇ ਅਸੀਂ ਚਤੁਰਾਈਆਂ ਕਰਕੇ, ਜਿੱਥੇ ਚਤੁਰਾਈਆਂ ਵਰਤੀਆਂ ਜਾ ਰਹੀਆਂ ਨੇ, ਵਰਤਦਿਆਂ ਹੋਇਆ ਅਸੀਂ ਪ੍ਰੇਮ ਲਫ਼ਜ਼ ਉੱਥੇ ਵਰਤ ਰਹੇ ਹਾਂ ਨਾ, ਤੇ ਸਾਡਾ ਉਹ ਵਰਤਿਆ ਹੋਇਆ ਲਫ਼ਜ਼ ਵੀ ਇੱਕ ਚਤੁਰਾਈ ਹੈ, ਇੱਕ ਚਲਾਕੀ ਹੈ ਕਿ ਅਸੀਂ ਉਹ ਲਫ਼ਜ਼ ਵਰਤ ਕੇ ਦੂਜੇ ਨੂੰ ਫਿਰ ਭਟਕਾਉਣਾ ਚਾਹੁੰਦੇ ਆ, ਭਰਮਾਉਣਾ ਚਾਹੁੰਦੇ ਆ ਕਿ ਉਹਦੀਆਂ ਅੱਖਾਂ ਵਿੱਚ ਮੈਂ ਘਟਾ ਜਿਹੜਾ ਉਹ ਇਸ ਸ਼ਬਦ ਨਾਲ ਪਾ ਲਵਾਂ। ਗੱਲ ਤੇ ਸਿਰਫ ਚਲਾਕੀਆਂ ਹੀ ਹੈ, ਪਹਿਲੋਂ ਵੀ ਸੀ, ਹੁਣ ਵੀ ਚਲਾਕੀ ਕਰ ਰਹੇ ਆ, ਬਸ ਹੁਣ ਪ੍ਰੇਮ ਦਾ ਨਾਮ ਦੇ ਕੇ ਤੇ ਫਿਰ ਚਲਾਕੀ ਕਰਨ ਲੱਗੇ। ਮਾਲਕ ਜੀ ਆਖਦੇ, ਕਹਿੰਦੇ ਹੁਣ ਇਹ ਜੀਵ ਨੇ ਨਾ ਕੀਤਾ ਕਿ ਪਹਿਲੋਂ ਬੜੀਆਂ ਚਤੁਰਾਈਆਂ ਕੀਤੀਆਂ ਇਹਨੇ, ਧਰਮ ਵਿੱਚ ਵੀ ਬਹੁਤ ਚਤੁਰਾਈਆਂ ਕੀਤੀਆਂ, ਇਨਸਾਨ ਨੇ ਰੱਬ ਨੂੰ ਵੀ ਭਰਮਾਉਣਾ ਚਾਹਿਆ। ਹੁਣ ਇਹਨੇ ਜਦੋਂ ਰੱਬ ਨੂੰ ਭਰਮਾਉਣਾ ਚਾਹਿਆ ਨਾ, ਇਹਨੇ ਬੜੀਆਂ ਚਲਾਕੀਆਂ ਕੀਤੀਆਂ, ਤੇ ਚਲਾਕੀਆਂ ਕਰਦਾ ਇਹਨੂੰ ਪਤਾ ਲੱਗ ਗਿਆ ਵੀ ਅਕਾਲ ਪੁਰਖ ਪਰਮੇਸ਼ਵਰ ਹਿਰਦੇ ਦੀਆਂ ਵੀ ਜਾਣਦਾ, ਉਹ ਹਿਰਦੇ ਦੀ ਬਾਤ ਨੂੰ ਵੀ ਸਮਝ ਲੈਂਦਾ। ਫਿਰ ਇਹਨੇ ਪ੍ਰੇਮ ਦਾ ਨਾਮ ਦੇਣਾ ਸ਼ੁਰੂ ਕਰ ਲਿਆ। ਪ੍ਰੇਮ ਦਾ ਨਾਮ ਕਿੱਦਾਂ? ਇਹਨੇ ਬਾਣੀ ਪੜ੍ਹਨੀ ਸ਼ੁਰੂ ਕਰ ਲਈ, ਧਰਮ ਦੇ ਕਰਮ ਕਰਨੇ ਸ਼ੁਰੂ ਕਰ ਲਏ, ਤੇ ਦੁਨੀਆ ਨੇ ਆਖ ਦਿੱਤਾ ਵੀ ਕਿਆ ਇਹਦੇ ਜੀਵਨ ਵਿੱਚ ਤਬਦੀਲੀ ਆਈ, ਵੀ ਇਹ ਬਿਲਕੁਲ ਅਧਰਮੀ ਤੋਂ ਧਰਮੀ ਬਣ ਗਿਆ। ਲੋਕਾਂ ਨੇ ਵਾਹ ਵਾਹ ਕਰਨੀ ਸ਼ੁਰੂ ਕਰ ਲਈ, ਪਰ ਰੱਬ ਫੇਰ ਵੀ ਸਮਝ ਗਿਆ ਵੀ ਨਹੀਂ, ਇਹ ਚਲਾਕੀ ਹੋਈ ਕਰਨ ਲੱਗਾ ਹੈ। ਇਹਨੇ ਕੇਵਲ ਲੋਕਾਂ ਨੂੰ ਭਰਮਾਇਆ, ਲੋਕ ਭਰਮ ਗਏ, ਤੇ ਉਹ ਅਕਾਲ ਪੁਰਖ ਪਰਮੇਸ਼ਵਰ ਕਦੇ ਭਰਮਿਆ ਨਹੀਂ। ਅਸੀਂ ਜਿੰਨਾ ਮਰਜ਼ੀ ਯਤਨ ਕਰ ਲਈ, ਫਿਰ ਜਿੰਨਾ ਕੁਝ ਕੀਤਾ ਅਸੀਂ, ਚਾਹੇ ਉਹ ਧਾਰਮਿਕ ਗ੍ਰੰਥਾਂ ਨੂੰ ਪੜ੍ਹਨਾ ਸੀ, ਚਾਹੇ ਧਾਰਮਿਕ ਗ੍ਰੰਥਾਂ ਨੂੰ ਵਿਚਾਰਨਾ ਸੀ, ਤੇ ਭਾਵੇਂ ਧਰਮ ਦਾ ਕੋਈ ਕਰਮ ਕਰਨਾ ਸੀ, ਉਹ ਜਿੰਨਾ ਵੀ ਕੀਤਾ ਉਹ ਸਾਰਾ ਕੁਝ ਕੀ ਹੈ, ਕੀਤਾ ਕਰਤਿਆ ਬਿਰਥਾ ਗਿਆ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਬਾਣੀ 'ਚ ਆਖਦੇ ਨਾ ਕਿ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ, ਕਹੋ ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਬੋਲੇ ਤੇ ਮਾਲਕ ਜੀ ਆਖਦੇ, ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਹੁਣ ਇਹਨੇ ਤੀਰਥ ਵੀ ਕੀਤੇ, ਤਪ ਵੀ ਕੀਤਾ, ਦਇਆ ਵੀ ਕੀਤੀ, ਦਾਨ ਵੀ ਕੀਤਾ। ਸਤਿਗੁਰੂ ਕਹਿੰਦੇ, ਭਾਈ ਜੇ ਤੂੰ ਇਹ ਸੋਚ ਰਿਹਾ ਹੈ ਕਿ ਇਹਨਾਂ ਕਰਮਾਂ ਦੇ ਨਾਲ ਮੈਨੂੰ ਬੜਾ ਮਾਨ ਤੇ ਪ੍ਰਤਿਸ਼ਠਾ ਮਿਲੇਗੀ, ਮੈਨੂੰ ਬੜਾ ਮਾਨ ਤੇ ਸਤਿਕਾਰ ਮਿਲੇਗਾ, ਤੇ ਮਾਲਕ ਕਹਿੰਦੇ ਬਸ ਇੰਨਾ ਕੁ ਖਿਆਲ ਰੱਖ, ਜੇ ਕੋ ਪਾਵੈ ਤਿਲ ਕਾ ਮਾਨ। ਜੇ ਕਿਸੇ ਨੂੰ ਮਾਨ ਮਿਲਦਾ ਵੀ ਹੈ ਨਾ ਇਹਨਾਂ ਕਰਮਾਂ ਦੇ ਆਧਾਰ ਤੇ ਸਿਰਫ ਇੰਨਾ ਕੁ ਮਿਲਦਾ ਜਿਵੇਂ ਇੱਕ ਨਿੱਕਾ ਜਿਹਾ ਤਿਲ ਹੋਵੇ, ਇਹ ਤੋਂ ਵੱਧ ਕੇ ਕਦੇ ਮਾਨ ਨਹੀਂ ਮਿਲਿਆ। ਜੇ ਮਾਨ ਤੇ ਪ੍ਰਤਿਸ਼ਠਾ ਚਾਹੁੰਦਾ ਤੇ ਫਿਰ ਇਹ ਕਰਮ ਕਰਨਾ ਸਿੱਖ ਲਾ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਗੁਰ ਪੂਰੇ ਕੀ ਵਡਿਆਈ ਤਾਕੀ ਕੀਮਤ ਕਹੀ ਨਾ ਜਾਈ। ਜਿਨ੍ਹਾਂ ਨੇ ਮਨ ਔਰ ਤਨ ਦੇ ਵਿੱਚ ਉਸ ਹਰੀ ਪਰਮਾਤਮਾ ਨੂੰ ਵਸਾ ਲਿਆ, ਉਹਨਾਂ ਦੀ ਫਿਰ ਸ਼ੋਭਾ ਮਾਨ ਤੇ ਪ੍ਰਤਿਸ਼ਠਾ ਹੁੰਦੀ ਹੈ, ਸੰਸਾਰਕ ਤੌਰ ਤੇ ਵੀ ਤੇ ਰੱਬੀ ਦਰ, ਰੱਬੀ ਦਰਗਾਹ ਵਿੱਚ ਵੀ।
ਤੇ ਜਿਨ੍ਹਾਂ ਨੇ ਆਪਣੇ ਹਿਰਦੇ 'ਚ ਰੱਬੀ ਯਾਦ ਨੂੰ ਨਹੀਂ ਵਸਾਇਆ, ਰੱਬੀ ਚਿੰਤਨ ਜਿਨ੍ਹਾਂ ਆਪਣੇ ਹਿਰਦੇ 'ਚੋਂ ਵਿਸਾਰ ਦਿੱਤਾ, ਉਹ ਵਿਸਾਰ ਕੇ ਕੇਵਲ ਵਿਖਾਵਾ ਪਏ ਕਰਦੇ ਨੇ। ਉੱਥੇ ਕੇਵਲ ਜੇ ਕੋ ਪਾਵੇ ਤਿਲ ਕਾ ਮਾਨ, ਇਸ ਤੋਂ ਵੱਧ ਕੇ ਕੁਛ ਨਹੀਂ ਹੈ। ਕੀਤਾ ਕਰਤਿਆ ਬਿਰਥਾ ਗਿਆ। ਹੁਣ ਉਹਨੇ ਜਿੰਨਾ ਕੁਛ ਵੀ ਕੀਤਾ ਧਰਮ ਦੀ ਆੜ ਵਿੱਚ, ਧਰਮ ਦਾ ਨਾਮ ਦੇ ਕੇ ਜਾਂ ਧਰਮ ਦਾ ਪਹਿਰਾਵਾ ਪਹਿਨ ਕੇ ਜਿੰਨੇ ਧਰਮ ਦੇ ਕੰਮ ਕੀਤੇ, ਸਤਿਗੁਰੂ ਕਹਿੰਦੇ ਕੀਤਾ ਕਰਤਾ ਬਿਰਥਾ ਗਿਆ। ਇੱਕ ਤਿਲ ਥਾਂ ਨਾ ਪਾਈ, ਇੱਕ ਤਿਲ ਜਿੰਨਾ ਵੀ ਉਹਦਾ ਕੀਤਾ ਹੋਇਆ ਥਾਂ ਨਹੀਂ ਪੈਣਾ। ਉਹਨੇ ਜਿੰਨੇ ਵੀ ਧਰਮ ਦੀ ਆੜ ਲੈ ਕੇ ਕਰਮ ਕੀਤੇ, ਉਹ ਸਾਰੇ ਦੇ ਸਾਰੇ ਵਿਅਰਥ ਜਾਣਗੇ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਫੈਸਲਾ, ਮਾਲਕ ਜੀ ਆਖਦੇ ਨਾ, ਸਾਚ ਕਹੋ ਸੁਨ ਲੇਹੋ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਦੋਂ ਪਹਿਲੋਂ ਹੁਣ ਕਿੰਨੇ ਕਰਮ ਕਰ ਰਿਹਾ ਇਨਸਾਨ। ਮਾਲਕ ਜੀ ਨੇ ਫਿਰ ਬਕਾਇਦਾ ਦੱਸੇ ਵੀ ਸੀ ਕਿ ਕਉ ਬਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਨਹੀਂ ਭੇਦ ਮਿਲਿਆ, ਕਿਉਂਕਿ ਇਹਨੇ ਜਿੰਨਾ ਵੀ ਸਮਾਜ ਸੀ ਕੀ ਕੂਰ ਕਿਰਿਆ ਉਰਜਿਓ ਸਭ ਹੀ ਜਗ, ਸਾਰੇ ਦਾ ਸਾਰਾ ਜਗ ਝੂਠੇ ਕਿਰਿਆਵਾਂ ਤੇ ਕਾਰਜਾਂ ਵਿੱਚ ਉਲਝਿਆ ਪਿਆ। ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇੱਕ ਵੀ ਸ਼ਖਸ ਐਸਾ ਨਹੀਂ ਜਿਹਨੂੰ ਸ਼੍ਰੀ ਭਗਵਾਨ ਦਾ ਭੇਦ ਮਿਲਿਆ ਹੋਵੇ। ਕਾਹੂ ਲੈ ਪਾਹਨ ਪੂਜ ਧਰਿਓ, ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਕਾਹੂ ਲਖਿਓ ਹਰ ਅਵਾਚੀ ਦਿਸ਼ਾ में, ਕਾਹੂ ਪਛਾ ਕੋ ਸੀਸ ਨਵਾਇਓ, ਕਉ ਬੁਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਨ ਧਾਇਓ। ਇਹ ਸਾਰਾ ਕੁਝ ਕੀ ਹੈ? ਧੰਨ ਗੁਰੂ ਕਲਗੀਧਰ ਪਾਤਸ਼ਾਹ ਫੈਸਲਾ ਦਿੰਦੇ, ਕੂਰ ਕਿਰਿਆ ਉਰਜਿਓ ਸਭ ਹੀ ਜਗ। ਹੁਣ ਖਿਮਾ ਕਰਿਓ, ਮੈਂ ਇਹ ਲਫ਼ਜ਼ ਵਰਤਣ ਲੱਗਿਆ, ਪਾਇਆ ਤੇ ਅਸੀਂ ਰੱਬ ਦੀਆਂ ਅੱਖਾਂ 'ਚ ਘਟਾ ਹੀ ਹੈ ਨਾ। ਕਾਹੂ ਲੈ ਪਾਹਨ ਪੂਜ ਧਰਿਓ, ਇਹ ਕੀ ਹੈ? ਰੱਬ ਦੀਆਂ ਅੱਖਾਂ 'ਚ ਇੱਕ ਘਟਾ ਪਾਉਣ ਦੀ ਕੋਸ਼ਿਸ਼ ਹੀ ਹੈ ਨਾ। ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ, ਗਲੇ ਵਿੱਚ ਧਾਰਮਿਕ ਚਿੰਨ੍ਹ ਪਾ ਪਾ ਕੇ, ਤੇ ਅਸੀਂ ਸਾਬਤ ਕੀ ਕਰਨਾ ਚਾਹੁੰਦੇ ਆ ਜੀ? ਅਸੀਂ ਧਾਰਮਿਕ ਆ, ਅਸੀਂ ਬੜੇ ਧਰਮੀ ਆ। ਤੇ ਖਿਆਲ ਰੱਖਿਓ, ਧਾਰਮਿਕ ਚਿੰਨ੍ਹ ਪਾ ਕੇ, ਮੈਂ ਹੁਣ ਇਹ ਨਹੀਂ, ਮੇਰਾ ਮਤਲਬ ਇਹ ਨਹੀਂ ਕਿ ਧਾਰਮਿਕ ਚਿੰਨ੍ਹ ਪਹਿਨਣੇ ਨਹੀਂ, ਧਾਰਮਿਕ ਚਿੰਨ੍ਹ ਪਾ ਕੇ, ਧਾਰਨ ਕਰਕੇ ਅਸੀਂ ਲਿਬਾਸ ਤੇ ਧਰਮ ਵਾਲਾ ਧਾਰਨ ਕਰ ਲਿਆ। ਸਾਡਾ ਲਿਬਾਸ ਵੇਖ ਕੇ ਦੁਨੀਆ ਭਰਮ ਗਈ। ਧਾਰਮਿਕ ਲਿਬਾਸ ਵੇਖਿਆ, ਦੁਨੀਆ ਨੇ ਕੀ ਆਖਿਆ ਜੀ? ਧਰਮੀ ਹੈ। ਦੁਨੀਆ ਭਰਮ ਗਈ ਧਾਰਮਿਕ ਲਿਬਾਸ ਵੇਖ ਕੇ। ਪਾਜ ਤੇ ਰੱਬ ਨੇ ਉਘੇੜਨੇ ਨਾ ਵੀ ਧਰਮ ਹੈ ਕਿ ਨਹੀਂ, ਸਿਰਫ ਲਿਬਾਸ ਚੁੱਕੀ ਫਿਰਦਾ। ਤੇ ਜਦੋਂ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਅਸੀਂ ਲਿਬਾਸ ਪਹਿਨ ਕੇ ਜਾਈਏ, ਜਾਂ ਗੁਰੂ ਅੱਗੇ ਲਿਬਾਸ ਪਹਿਨ ਕੇ ਆ ਜਾਈਏ, ਇੱਥੇ ਆ ਕੇ ਪਾਜ ਉਗੜ ਜਾਂਦੇ। ਲਿਬਾਸ ਹੀ ਹੈ ਕਿ ਅੰਦਰ ਵੀ ਕੁਝ ਲੈ ਕੇ ਆਏ ਆ। ਜੇ ਕੱਲਾ ਲਿਬਾਸ ਹੀ ਪਰਵਾਨਿਆ ਜਾਂਦਾ ਤੇ ਬਾਬੇ ਨਾਨਕ ਨੇ ਸੱਜਣ ਨੂੰ ਜਾ ਕੇ ਹਲੂਣਾ ਕਿਉਂ ਦੇਣਾ ਸੀ? ਜੇ ਗੁਰੂ ਨਾਨਕ ਸਾਹਿਬ ਨੇ ਸੱਜਣ ਨੂੰ ਹਲੂਣਾ ਦਿੱਤਾ, ਉਹ ਇਸੇ ਕਰਕੇ ਦਿੱਤਾ ਨਾ ਵੀ ਸੱਜਣਾ ਪਹਿਰਾਵਾ ਬੜਾ ਸੋਹਣਾ ਤੇਰਾ, ਪਰ ਥੋੜਾ ਬਹੁਤਾ ਕਿਤੇ ਪਹਿਰਾਵੇ ਦੀ ਹੀ ਲਾਜ ਰੱਖ ਲਾ, ਆਪਣੇ ਨਾਮ ਦੀ ਹੀ ਲਾਜ ਰੱਖ ਲਾ, ਆਪਣੇ ਪਹਿਰਾਵੇ ਦੀ ਹੀ ਸ਼ਰਮ ਕਰ। ਤੂੰ ਆ ਸੱਜਣ ਆਪਣਾ ਨਾਂ ਰੱਖਿਆ, ਕੰਮ ਵੀ ਸੱਜਣਾ ਵਾਲੇ ਕਰਿਆ ਕਰ, ਆ ਵੈਰੀਆਂ ਵਾਲੇ ਛੱਡ ਦੇ। ਅਗਲਾ ਸਮਝ ਗਿਆ। ਹੁਣ ਜਿਵੇਂ ਭਾਈ ਸੱਜਣ ਜੀ ਦਾ ਲਿਬਾਸ ਵੇਖ ਕੇ ਦੁਨੀਆ ਭਰਮਦੀ ਸੀ, ਗੁਰੂ ਨਾਨਕ ਸਾਹਿਬ ਥੋੜੀ ਭਰਮੇ। ਬਾਬੇ ਨਾਨਕ ਨੇ ਨਹੀਂ ਉਹਦੇ ਲਿਬਾਸ ਤੋਂ ਪ੍ਰਭਾਵਿਤ ਹੋ ਕੇ ਤੇ ਆਖਿਆ ਵੀ ਸੱਜਣਾ ਜਿਵੇਂ ਤੂੰ ਕਹੇਂਗਾ ਉਵੇਂ ਕਰ ਲੈਨੇ। ਸਤਿਗੁਰੂ ਜੀ ਅੰਦਰ ਦੀਆਂ ਜਾਣਦੇ ਸੀ, ਕਿਉਂਕਿ ਸੱਜਣ ਦਾ ਲਿਬਾਸ ਦੁਨੀਆ ਵੇਖਦੀ, ਦੁਨੀਆ ਭਰਮ ਜਾਂਦੀ ਵੀ ਇਹ ਬੰਦਾ ਬੜਾ ਧਰਮੀ ਹੈ, ਨਾ ਮੈਨੂੰ ਜਾਣਦਾ ਨਾ ਪਛਾਣਦਾ, ਇਹਨੇ ਮੈਨੂੰ ਰਾਤ ਰੁਕਣ ਵਾਸਤੇ ਟਿਕਾਣਾ ਦੇਤਾ। ਨਾ ਮੈਨੂੰ ਜਾਣਦਾ, ਨਾ ਮੈਂ ਇਹਨੂੰ ਕਦੇ ਪਹਿਲੋਂ ਮਿਲਿਆ, ਇਹਨੇ ਮੈਨੂੰ ਛਕਣ ਵਾਸਤੇ ਭੋਜਨ ਵੀ ਦਿੱਤਾ ਹੈ। ਹੁਣ ਦੁਨੀਆ ਇਹ ਨਹੀਂ ਸੀ ਨਾ ਸਮਝਦੀ ਵੀ ਇਹ ਜਿਹੜਾ ਮੈਨੂੰ ਛਕਣ ਵਾਸਤੇ ਭੋਜਨ ਦੇ ਰਿਹਾ, ਜਾਂ ਇਹ ਮੈਨੂੰ ਰਹਿਣ ਵਾਸਤੇ ਇਹ ਟਿਕਾਣਾ ਦੇ ਰਿਹਾ, ਰਹਿਣ ਬਸੇਰਾ ਕਰਨ ਵਾਸਤੇ ਆਸਣ ਦੇ ਰਿਹਾ, ਇਹ ਵੀ ਇਹਦੇ ਪਿੱਛੇ ਇੱਕ ਚਲਾਕੀ ਚਤੁਰਾਈ ਹੈ। ਇਹਨੇ ਮੈਨੂੰ ਰਾਤ ਨੂੰ ਸੁੱਤੇ ਪਏ ਨੂੰ ਮਾਰ ਕੇ ਤੇ ਲੁੱਟ ਲੈਣਾ, ਇਹਨੇ ਮੈਨੂੰ ਭੋਜਨ ਛਕਾ ਕੇ, ਭੋਜਨ ਵਿੱਚ ਕੁਝ ਮਿਲਾ ਕੇ ਤੇ ਬੇਹੋਸ਼ ਕਰ ਦੇਣਾ, ਉਦੋਂ ਬਾਅਦ ਚ ਮੈਨੂੰ ਲੁੱਟ ਕੇ ਮਾਰ ਕੇ ਤੇ ਇਹਨੇ ਮਗਰ ਹੀ ਇੱਕ ਖੂਹ ਬਣਾਇਆ, ਉਹਦੇ ਚ ਸੁੱਟੀ ਜਾਣਾ। ਹੁਣ ਇਹ ਦੁਨੀਆ ਨਹੀਂ ਸੀ ਜਾਣਦੀ,
ਪਰ ਗੁਰੂ ਨਾਨਕ ਸਾਹਿਬ ਜਾਣਦੇ ਵੀ ਇਹਦਾ ਕਰਮ ਕੀ ਹੈ। ਤਾਂ ਹੀ ਤੇ ਮਾਲਕ ਨੇ ਆਖਿਆ ਸੀ ਨਾ ਵੀ ਸੱਜਣਾ ਦੱਸ ਤੇਰਾ ਨਾਂ ਕੀ, ਤੇ ਉਹ ਵੀ ਆਖਦਾ ਵੀ ਮਾਲਕ ਜੀ ਨਾਂ ਮੇਰਾ ਸੱਜਣ। ਤੇ ਗੁਰੂ ਨਾਨਕ ਸਾਹਿਬ ਨੇ ਸਵਾਲ ਕੀਤਾ ਨਾ ਵੀ ਨਾਮ ਹੀ ਸੱਜਣ ਕਿ ਕੰਮ ਵੀ ਸੱਜਣਾ ਵਾਲੇ ਕਰਦੇ। ਤੇ ਫਿਰ ਕਹਿਣਾ ਪੈ ਗਿਆ ਸੀ ਵੀ ਬਾਬਾ ਨਾਮ ਹੀ ਸੱਜਣ ਹੈ, ਕੰਮ ਤੇ ਮੈਂ ਅੱਜ ਤੱਕ ਨਹੀਂ ਸੱਜਣਾ ਵਾਲੇ ਕੀਤੇ। ਫਿਰ ਗੁਰੂ ਨਾਨਕ ਸਾਹਿਬ ਨੇ ਹਲੂਣਾ ਦਿੱਤਾ। ਜਿਹੜਾ ਹਲੂਣਾ ਸੀ, ਉਜਲ ਕਹਿਹਾਂ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਆ ਤੱਥੇ ਖੜੇ ਦਸਨ। ਫਿਰ ਸੱਜਣ ਦਾ ਅੰਦਰ ਵਲੂੰਦਰ ਆ ਗਿਆ, ਉਹ ਇੰਨਾ ਕੁ ਝੰਜੋੜਿਆ ਗਿਆ ਅੰਦਰ, ਗੁਰੂ ਨਾਨਕ ਸਾਹਿਬ ਅੱਗੇ ਝੁਕਣਾ ਪੈ ਗਿਆ ਵੀ ਬਾਬਾ ਅੱਜ ਤੇ ਤੂੰ ਮੇਰਾ ਅੰਦਰ ਮੇਰੇ ਸਾਹਮਣੇ ਰੱਖਤਾ ਵੀ ਮੈਂ ਅੰਦਰ ਕੀ ਚੁੱਕੀ ਫਿਰਦਾ। ਪਰ ਜਿੰਨਾ ਚਿਰ ਸਿਰਫ ਲਿਬਾਸ ਹੈ ਤੇ ਧਰਮ ਦੀ ਆੜ ਲੈ ਕੇ ਕਰਮ ਕੀਤੇ ਜਾ ਰਹੇ ਨੇ, ਉਹਨਾਂ ਚਿਰ ਖਿਆਲ ਰੱਖਿਓ ਗੁਰੂ ਨਾਨਕ ਸਾਹਿਬ ਜੀ ਦੇ ਤੀਸਰੇ ਸਰੂਪ ਧੰਨ ਗੁਰੂ ਅਮਰਦਾਸ ਅੱਜ ਦੱਸ ਰਹੇ, ਕੀਤਾ ਕਰਤਿਆ ਬਿਰਥਾ ਗਿਆ, ਇੱਕ ਤਿਲ ਥਾਏ ਨਾ ਪਾਈ, ਇੱਕ ਰਤਾ ਮਾਤਰ ਵੀ ਕੀਤਾ ਹੋਇਆ ਸਾਡਾ ਥਾਏ ਨਹੀਂ ਪਵੇਗਾ। ਪੁੰਨ ਦਾਨ ਜੋ ਬੀਜਦੇ, ਸਭ ਧਰਮ ਰਾਏ ਕੈ ਜਾਈ। ਹੁਣ ਜੀਵ ਨਾ ਜਦੋਂ ਕੋਈ ਕਰਮ ਕਰਦਾ ਤੇ ਉਹਦੇ ਪਿੱਛੇ ਇਹਦੀ ਇੱਕ ਮਤ ਜਾਂ ਇੱਕ ਸੋਚ ਕੰਮ ਕਰ ਰਹੀ ਵੀ ਇਹ ਕੰਮ ਪੁੰਨ ਦਾ ਤੇ ਇਹ ਕੰਮ ਪਾਪ ਹੈ। ਹੁਣ ਇਹਦੇ ਕਰਮਾਂ ਦੇ ਆਧਾਰ ਉੱਤੇ ਲੇਖਾ ਬਣ ਰਿਹਾ, ਜਿਹਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਆਖਦੇ ਨਾ ਕਿ ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ। ਹੁਣ ਇਹਨੇ ਆਪਣੇ ਕਰਮਾਂ ਦਾ ਇੱਕ ਲੇਖਾ ਬਣਾਇਆ, ਕਿੱਥੇ ਪੁੰਨ ਤੇ ਕਿੱਥੇ ਪਾਪ, ਇਹ ਲੇਖਾ ਬਣਿਆ। ਕਿੰਨੇ ਪੁੰਨ ਕੀਤੇ ਤੇ ਕਿੰਨੇ ਪਾਪ ਕੀਤੇ, ਇਹ ਲੇਖਾ ਬਣਿਆ। ਗੁਰੂ ਅਮਰਦਾਸ ਸਾਹਿਬ ਕਹਿੰਦੇ ਇਹ ਜੇ ਤੇ ਇੱਥੋਂ ਤੱਕ ਹੀ ਸੀਮਤ ਰਿਹਾ, ਸਿਰਫ ਪੁੰਨ ਔਰ ਪਾਪ ਤੱਕ ਸੀਮਤ ਰਿਹਾ, ਸਭ ਧਰਮ ਰਾਏ ਕੇ ਜਾਹੀ, ਵੀ ਇਹ ਸਾਰੇ ਦੇ ਸਾਰੇ ਹੁਣ ਕਿੱਥੇ ਵਾਚੇ ਜਾਣਗੇ, ਜਿੱਦਣ ਉਹ ਰੱਬ ਨਿਆਂ ਕਰਨ ਵਾਲਾ ਆਪ, ਜਿਨਨੇ ਨਿਆਂ ਕਰਨ ਦਾ ਇੱਕ ਨਿਯਮ ਬਣਾਇਆ, ਕਾਨੂੰਨ ਬਣਾਇਆ, ਉਹ ਜਿੱਦਣ ਬੈਠ ਕੇ ਵਿਚਾਰਿਆ ਜਾਏਗਾ, ਉਦਣ ਸਾਰੇ ਦਾ ਸਾਰਾ ਪੁੰਨ ਤੇ ਪਾਪ ਵਾਚੇ ਜਾਣਗੇ। ਉਦਣ ਨਿਆਂ ਫਿਰ ਪੁੰਨਾਂ ਤੇ ਪਾਪਾਂ ਦੇ ਆਧਾਰ ਤੇ ਹੋਵੇਗਾ। ਤੇ ਜਿਹੜਾ ਇਹਨਾਂ ਤੋਂ ਉਤਾਂ ਉੱਠ ਗਿਆ, ਜਿਹੜਾ ਪੁੰਨ ਔਰ ਪਾਪ ਤੋਂ ਆਪਣੀ ਮਤ ਨੂੰ ਉਤਾਂ ਚੁੱਕ ਲੈਂਦਾ, ਫਿਰ ਉੱਥੇ ਇੱਕ ਜਿਹੜਾ ਹਾਲਾਤ ਬਣਦੇ ਜਾਂ ਗੁਰੂ ਸਾਹਿਬ ਦੀ ਬਾਣੀ ਫੈਸਲਾ ਦਿੰਦੀ, ਉੱਥੇ ਮਾਲਕ ਜੀ ਆਖਦੇ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਅਸੀਂ ਭਾਵੇਂ ਪੁੰਨ ਕਰੀਏ ਤੇ ਭਾਵੇਂ ਕਰੀਏ ਪਾਪ, ਜੇ ਪੁੰਨ ਕੀਤੇ ਤੇ ਲੇਖਾ ਤਾਂ ਵੀ ਹੋਣਾ, ਜੇ ਪਾਪ ਕੀਤੇ ਤੇ ਲੇਖਾ ਤਾਂ ਵੀ ਹੋਣਾ। ਜੇ ਪੁੰਨ ਔਰ ਪਾਪ ਤੋਂ ਉੱਪਰ ਉੱਠ ਜਾਗੇ ਨਵੇੜਾ ਫੇਰ ਹੀ ਹੈ, ਇਦੋਂ ਬਿਨਾ ਨਵੇੜਾ ਨਹੀਂ ਜੇ। ਇਸੇ ਕਰਕੇ ਜਦੋਂ ਭਗਤ ਕਬੀਰ ਸਾਹਿਬ ਬੋਲੇ ਨਾ ਤੇ ਉਹਨਾਂ ਇੱਕ ਜ਼ਿਕਰ ਕੀਤਾ ਕਿ ਮੈਂ ਨਾ ਹੁਣ ਦੁਨੀਆ ਦਾ ਇਹ ਸੋਚ ਹੈ, ਫਿਤਰਤ ਹੈ, ਜੇ ਪੁੰਨ ਕਰਾਂਗੇ ਤੇ ਸਵਰਗ ਹੈ, ਪਾਪ ਕਰਾਂਗੇ ਤੇ ਨਰਕ ਹੈ। ਭਗਤ ਕਬੀਰ ਸਾਹਿਬ ਕਹਿੰਦੇ ਮੈਨੂੰ ਨਾ ਹੁਣ ਨਰਕ ਵਿੱਚ ਜਾਣ ਦਾ ਕੋਈ ਡਰ ਤੇ ਨਾ ਸਵਰਗ ਵਿੱਚ ਜਾਣ ਦਾ ਕੋਈ ਲਾਲਚ, ਕਿਉਂਕਿ ਮੈਂ ਗੁਰੂ ਕੀ ਕਿਰਪਾ ਦਾ ਪਾਤਰ ਬਣਿਆ ਤੇ ਗੁਰੂ ਕੀ ਕਿਰਪਾ ਦੇ ਸਦਕਾ ਸੁਰਗ ਨਰਕ ਤੇ ਮੈਂ ਰਹਿਓ ਸਤਿਗੁਰ ਕੈ ਪ੍ਰਸਾਦ। ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਹੁਣ ਭਾਵੇਂ ਸ਼ੁਰੂ ਹੈ ਤੇ ਭਾਵੇਂ ਅੰਤ ਹੈ, ਭਾਵੇਂ ਜ਼ਿੰਦਗੀ ਦੀ ਸ਼ੁਰੂਆਤ ਹੈ ਤੇ ਭਾਵੇਂ ਜ਼ਿੰਦਗੀ ਦਾ ਅਖੀਰ ਹੈ, ਆਪਾਂ ਚਰਨ ਕਮਲ ਕੀ ਮੌਜ ਮੈਂ, ਆਪਾਂ ਉਹਦੇ ਚਰਨਾਂ ਕਮਲਾਂ ਦੀ ਮੌਜ ਵਿੱਚ ਬੈਠੇ ਆ। ਤੇ ਜਿੰਨਾ ਚਿਰ ਉਹਦੇ ਚਰਨਾਂ ਕਮਲਾਂ ਵਿੱਚ ਬੈਠੇ ਆ, ਨਾ ਸਵਰਗ ਦੀ ਲਾਲਸਾ ਤੇ ਨਾ ਨਰਕ ਦਾ ਡਰ। ਜਿਹਨੂੰ ਬਾਣੀ 'ਚ ਆਖਿਆ ਕਹਿੰਦੇ ਸੁਰਗ ਬਾਸ ਨਾ ਬਾਂਸ਼ੀਐ, ਡਰੀਐ ਨਾ ਨਰਕ ਨਿਵਾਸ। ਨਹੀਂ ਡਰ ਸੁਰਗਾਂ ਵਿੱਚ ਜਾਣ ਦਾ, ਕੋਈ ਲਾਲਚ ਨਹੀਂ। ਸੁਰਗ ਬਾਸ ਨਾ ਬਾਂਸ਼ੀ ਹੈ, ਨਹੀਂ ਲਾਲਸਾ ਮੈਨੂੰ ਸਵਰਗਾਂ ਵਿੱਚ ਜਾਣ ਦੀ। ਡਰੀਏ ਨਾ ਨਰਕ ਨਿਵਾਸ,
ਤੇ ਨਾ ਹੀ ਨਰਕਾਂ ਵਿੱਚ ਜਾਣ ਤੋਂ ਡਰ ਲੱਗਦਾ ਵੀ ਉੱਥੇ ਜਾ ਕੇ ਬਣੇਗਾ ਕੀ। ਮੈਂ ਤੇ ਸਿਰਫ ਹੱਥ ਜੋੜ ਕੇ ਗੁਰੂ ਅੱਗੇ ਜਾਂ ਰੱਬ ਅੱਗੇ ਇਹ ਅਰਦਾਸ ਕਰਦਾ ਕਿ ਪਿਸਤ ਨਜ਼ੀਕ ਰਾਖ ਰਹਿਮਾਨਾ, ਰੱਬ ਜੀ ਮੈਨੂੰ ਆਪਣੇ ਨੇੜੇ ਰੱਖ ਲੋ, ਉੱਥੇ ਹਾਲਾਤ ਜੈਸੇ ਮਰਜ਼ੀ ਹੋਣ, ਮੇਰੇ ਲਈ ਸਵਰਗ ਹੀ ਸਵਰਗ ਹੈ, ਕਿਉਂਕਿ ਮੇਰੇ ਕੋਲ ਤੁਹਾਡੇ ਚਰਨਾਂ ਕਮਲਾਂ ਦਾ ਸਹਾਰਾ ਤੇ ਆਸਰਾ। ਬਹੁਤਾਤ ਜਦੋਂ ਸੰਸਾਰ ਵਿੱਚ ਵਿਚਰਦੇ ਆ ਨਾ, ਤੇ ਉਦੋਂ ਦੁਨੀਆ ਪੁੰਨ ਔਰ ਪਾਪ ਵਿੱਚ ਸੱਚਮੁੱਚ ਫਸ ਕੇ ਬੈਠੀ ਹੈ। ਦੁਨੀਆ ਬਹੁਤ ਖਿਆਲ ਰੱਖਦੀ ਕਿ ਮੈਂ ਪੁੰਨ ਕਰਨ ਲੱਗਾ ਜਾਂ ਪਾਪ ਕਰਨ ਲੱਗਿਆ। ਹੁਣ ਉਹ ਪੁੰਨ ਤੇ ਪਾਪ ਕਰਦੇ ਆ, ਬੜੀ ਚੰਗੀ ਗੱਲ ਹੈ ਕਿ ਅਸੀਂ ਖਿਆਲ ਰੱਖਿਆ ਕਿ ਅਸੀਂ ਪੁੰਨ ਦਾ ਕੰਮ ਕਰੀਏ, ਪਾਪ ਕਿਉਂ ਕਰਨਾ। ਪਰ ਇੱਕ ਖਿਆਲ ਰੱਖਿਓ, ਜੇ ਅਸੀਂ ਪੁੰਨ ਕਰਕੇ ਵੀ ਬੈਠੇ ਆ ਨਾ, ਜਾਂ ਪੁੰਨ ਦੇ ਕਰਮ ਕਰ ਰਹੇ ਆ, ਨਬੇੜਾ ਸਾਨੂੰ ਵੀ ਦੇਣਾ ਪੈਣਾ। ਤੇ ਜਦੋਂ ਨਬੇੜੇ ਦੀ ਬਾਤ ਆਏਗੀ, ਸਾਡੇ ਕੋਲ ਪੁੰਨ ਓਨੇ ਨਹੀਂ ਹੋਣੇ ਜਿੰਨੇ ਅਸੀਂ ਪਾਪ ਆਪਣੀ ਜ਼ਿੰਦਗੀ 'ਚ ਕਮਾਏ ਹੋਣੇ। ਪੁੰਨ ਕਰਨ ਲੱਗਿਆ ਅਸੀਂ ਚੇਤੇ ਰੱਖਦੇ ਆ, ਔਰ ਬੈਠ ਕੇ ਕਦੇ ਵਿਚਾਰਿਓ, ਆਪਣੇ ਆਪੇ ਦੀ ਪੜਚੋਲ ਕਰਿਓ। ਜਿੰਨਾ ਜੀਵਨ ਲੰਘਿਆ ਨਾ, ਅਸੀਂ ਆਸਾਨੀ ਨਾਲ ਆਪਣੀ ਸਾਰੀ ਜ਼ਿੰਦਗੀ ਦੇ ਪੁੰਨ ਗਿਣ ਲਵਾਂਗੇ ਕਿ ਇੰਨੇ ਕੁ ਪੁੰਨ ਮੈਂ ਕੀਤੇ ਨੇ। ਪਰ ਜਿੰਨੀ ਜ਼ਿੰਦਗੀ ਲੰਘ ਗਈ ਹੈ ਨਾ, ਬਹਿ ਕੇ ਕਿਤੇ ਪੜਚੋਲ ਕਰਿਓ, ਜੇ ਪਾਪ ਗਿਣਨ ਲੱਗੇ ਤੇ ਗਿਣੇ ਵੀ ਨਹੀਂ ਜਾਣੇ ਵੀ ਕਿੰਨੇ ਕੁ ਕਰ ਲਏ ਨੇ। ਹਾਲਾਤ ਹੈ ਜ਼ਿੰਦਗੀ ਦਾ ਇੱਕ ਅਸਲ ਸੱਚ ਹੈ। ਜੇ ਪੁੰਨ ਗਿਣਾਂਗੇ ਤੇ ਅਸੀਂ ਗਿਣ ਲੈਣੇ ਵੀ ਇੰਨੇ ਕੁ ਪੁੰਨ ਮੈਂ ਆਪਣੀ ਜ਼ਿੰਦਗੀ 'ਚ ਕੀਤੇ ਨੇ, ਤੇ ਜਦੋਂ ਪਾਪਾਂ ਦੀ ਵਾਰੀ ਆਏਗੀ ਗਿਣੇ ਵੀ ਨਹੀਂ ਜਾਣੇ। ਇਸੇ ਕਰਕੇ ਮਾਲਕ ਜੀ ਨੇ ਬਾਣੀ 'ਚ ਆਖ ਦਿੱਤਾ ਸੀ, ਰੱਬ ਜੀ ਨਾ ਮੇਰੇ ਗੁਣ ਵਿਚਾਰਿਓ ਤੇ ਨਾ ਮੇਰੇ ਔਗਣ ਵਿਚਾਰਿਓ। ਜੇ ਗੁਣ ਤੇ ਔਗਣ ਤੁਸੀਂ ਵਿਚਾਰ ਲਏ ਤੇ ਮਾਲਕਾ ਕਦੇ ਮੇਰਾ ਪਾਰ ਉਤਾਰਾ ਨਹੀਂ ਹੋਣਾ। ਜੇ ਤੁਸੀਂ ਗੁਣ ਔਰ ਔਗਣ ਨੂੰ ਵਿਚਾਰਨਾ ਛੱਡ ਦਵੋਗੇ, ਇਹਨਾਂ ਦੇ ਵਿਚਾਰ ਨਹੀਂ ਕਰੋਗੇ, ਕਿਰਪਾ ਕਰਕੇ ਮੈਨੂੰ ਰੱਖ ਲਓਗੇ, ਹੋ ਸਕਦਾ ਮੇਰਾ ਪਾਰ ਉਤਾਰਾ ਹੋ ਜਾਏ। ਪਰ ਸਤਿਗੁਰੂ, ਜਿੱਦਣ ਤੂੰ ਔਗਣ ਤੇ ਗੁਣ ਵਿਚਾਰ ਲਏ ਨਾ, ਉਦਣ ਗੁਣ ਤੇ ਮੁੱਕ ਜਾਣੇ, ਔਗਣਾ ਨੇ ਮੁੱਕਣਾ ਨਹੀਂ। ਔਗਣਾ ਦੀ ਗਿਣਤੀ ਨਹੀਂ ਮੁੱਕਣੀ, ਗੁਣਾਂ ਦੀ ਗਿਣਤੀ ਮੁੱਕ ਜਾਣੀ ਹੈ। ਤੇ ਜੇ ਗੁਣਾਂ ਦੀ ਗਿਣਤੀ ਮੁੱਕ ਗਈ, ਔਗਣ ਵੱਧ ਗਏ, ਤੇ ਰੱਬ ਜੀ ਮੈਂ ਪਰਵਾਨਿਆ ਨਹੀਂ ਜਾਣਾ, ਮੈਂ ਫੇਰ ਜੰਮਣ ਮਰਨ ਦੇ ਗੇੜ ਵਿੱਚ ਪੈ ਜਾਣਾ। ਧੰਨ ਗੁਰੂ ਅਮਰਦਾਸ ਜੀ ਕਹਿੰਦੇ ਕਿ ਜਿਨ੍ਹਾਂ ਨੇ ਪੁੰਨ ਔਰ ਪਾਪ ਕੀਤੇ, ਪੁੰਨ ਦਾਨ ਜੋ ਬੀਜ ਦੇ, ਸਭ ਧਰਮ ਰਾਏ ਕੈ ਜਾਹੀ। ਕਿਉਂਕਿ ਉਸ ਵਕਤ ਫਿਰ ਇਹ ਵਾਚਿਆ ਜਾਏਗਾ ਕਿ ਜਿਹੜਾ ਪੁੰਨ ਕੀਤਾ ਇਹ ਕਿਉਂ ਕੀਤਾ, ਇਹਦੇ ਪਿੱਛੇ ਗਰਜ ਕੀ ਹੈ, ਇਹਦੇ ਪਿੱਛੇ ਮਕਸਦ ਕੀ ਸੀ, ਇਹਦੇ ਪਿੱਛੇ ਲਾਲਸਾ ਕੀ ਹੈ। ਤੇ ਖਿਆਲ ਰੱਖਿਓ, ਇਨਸਾਨ ਪੁੰਨ ਕਿਤੇ ਬਿਨਾਂ ਲਾਲਸਾ ਤੋਂ ਨਹੀਂ ਜੇ ਕਰਦਾ। ਪੁੰਨ ਵੀ ਉਦੋਂ ਹੀ ਕਰਦਾ ਜਦੋਂ ਮਗਰ ਲਾਲਸਾ ਹੋਵੇ, ਤੇ ਜਿੱਥੇ ਲਾਲਸਾ ਨਾ ਹੋਵੇ ਉੱਥੇ ਪੁੰਨ ਨਹੀਂ। ਤੇ ਮਾਲਕ ਜੀ ਕਹਿੰਦੇ, ਜਿੰਨਾ ਪੁੰਨ ਤੇ ਦਾਨ ਵੇਖਿਆ ਜਾਂ ਬੀਜਿਆ, ਸਭ ਧਰਮ ਰਾਏ ਕੈ ਜਾਹੀ। ਸਾਰੇ ਦੇ ਸਾਰੇ ਹੁਣ ਉਸ ਅਕਾਲ ਪੁਰਖ ਪਰਮੇਸ਼ਵਰ ਨੇ ਜਿੱਦਣ ਵੇਖਣਾ ਵਾਚਣਾ, ਜਿੱਦਣ ਨਿਆਂ ਹੋਣਾ, ਤੇ ਉਸ ਦਿਨ ਇਹਨਾਂ ਸਾਰੀਆਂ ਦੀ ਵਿਚਾਰ ਫਿਰ ਕੀਤੀ ਜਾਵੇਗੀ। ਬਿਨ ਸਤਿਗੁਰੂ ਜਮ ਕਾਲ ਨਾ ਛੁਡਈ, ਦੂਜੈ ਪਾਏ ਖੁਆਈ। ਪੁੰਨ ਔਰ ਪਾਪ ਦੁਨੀਆ ਤੇ ਰਹਿੰਦਿਆਂ ਕਮਾਏ, ਨਬੇੜਾ ਵੀ ਦੁਨੀਆ ਤੇ ਹੈ, ਅਗਾਂਹ ਜਾ ਕੇ ਨਹੀਂ। ਅਗਾਂਹ ਜਾ ਕੇ ਕੀ ਹੋਣਾ ਕੀ ਨਹੀਂ, ਇਸ ਗੱਲ ਦਾ ਕੋਈ ਡਿਸੀਜ਼ਨ ਜਾਂ ਆਪਾਂ ਫੈਸਲਾ ਨਹੀਂ ਕਰ ਸਕਦੇ। ਅਗਾਂਹ ਦੀਆਂ ਖੇਡਾਂ ਜਿੱਦਣ ਵਾਪਰਨਗੀਆਂ ਉਦਣ ਹੀ ਦੱਸ ਸਕਦੇ ਹਾਂ ਵੀ ਕੀ ਬੀਤਦਾ, ਤੇ ਉਦਣ ਅਸੀਂ ਦੱਸਣ ਜੋਗੇ ਨਹੀਂ ਹੋਵਾਂਗੇ। ਪਰ ਜਿੰਨਾ ਚਿਰ ਸੰਸਾਰ ਤੇ ਰਹਿ ਰਹੇ ਆ, ਜਿੰਨੇ ਚੰਗੇ ਕਰਮ ਕੀਤੇ ਉਹਨਾਂ ਦਾ ਨਤੀਜਾ ਵੀ ਭੋਗਿਆ, ਤੇ ਜਿੰਨੇ ਮਾੜੇ ਕੀਤੇ ਨਤੀਜਾ ਉਹਨਾਂ ਦਾ ਵੀ ਭੋਗਣਾ ਪਵੇਗਾ, ਤੇ ਭੋਗਾਂਗੇ ਜਿੰਨੇ ਮਾੜੇ ਕੀਤੇ ਨੇ। ਕੋਈ ਵੀ ਹੋਵੇ, ਜਦੋਂ ਆ ਕੱਤਕ ਮਹੀਨੇ ਦੀ ਆਰੰਭਤਾ ਹੋਈ ਤੇ ਗੁਰੂ ਅਰਜਨ ਸਾਹਿਬ ਨੇ ਫੈਸਲਾ ਦਿੱਤਾ ਨਾ, ਆਪਣਾ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਵੇਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਹੁਣ ਉਹ ਸਾਰੇ ਦੇ ਸਾਰੇ ਜੀਵਨ ਵਿੱਚ ਕੀ ਮਿਲਿਆ, ਕੀ ਖੱਟਿਆ? ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਦੋਸ਼ ਹੁਣ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ।
ਅਸੀਂ ਗੁਨਾਹ ਔਗਣ ਕਿਸੇ ਦੂਜੇ ਦਾ ਨਹੀਂ ਕੱਢ ਸਕਦੇ। ਕਰਮ ਮੇਰੇ ਨੇ, ਦੋਸ਼ ਵੀ ਮੇਰਾ, ਤੇ ਨਤੀਜਾ ਵੀ ਮੈਂ ਭੋਗਾਂਗਾ। ਸੁਭਾਵਿਕ ਜਿਹੀ ਗੱਲ ਹੈ, ਜੇ ਕਰਮ ਮੇਰੇ ਨੇ, ਦੋਸ਼ ਮੇਰਾ ਹੈ, ਤੇ ਨਤੀਜਾ ਰਿਜ਼ਲਟ ਵੀ ਤੇ ਮੈਂ ਹੀ ਭੋਗਾਂਗਾ ਨਾ। ਹੁਣ ਜੇ ਮੈਂ ਸੰਸਾਰ ਤੇ ਰਹਿੰਦਿਆਂ ਪੁੰਨ ਔਰ ਪਾਪ ਕੀਤੇ, ਚੰਗੇ ਤੇ ਮੰਦੇ ਕਰਮ ਕੀਤੇ ਨੇ, ਹੁਣ ਉਹਨਾਂ ਦਾ ਨਤੀਜਾ ਜਦੋਂ ਹੋਏਗਾ ਤੇ ਸੰਸਾਰ ਤੇ ਭੋਗਾਂਗਾ, ਭੋਗਣਾ ਵੀ ਪਏਗਾ, ਕਿਉਂਕਿ ਨਿਆਂ ਤੇ ਰੱਬ ਇੱਥੇ ਹੀ ਕਰੀ ਜਾਂਦਾ ਹੈ। ਉਹ ਇਸੇ ਜਗ੍ਹਾ ਉੱਤੇ ਸਾਰਾ ਕੁਝ ਲੇਖਾ ਨਿਬੇੜੀ ਜਾਂਦਾ, ਨਾਲ ਨਾਲ ਉਹ ਹਰ ਇੱਕ ਚੀਜ਼ ਦਾ ਫਲ ਸਾਨੂੰ ਦੇ ਰਿਹਾ। ਤੇ ਅਗਲੀ ਪੰਕਤੀ ਵਿੱਚ ਧੰਨ ਗੁਰੂ ਅਮਰਦਾਸ ਕਹਿੰਦੇ, ਇੱਕ ਕਲਾ ਜੇ ਕਿਤੇ ਵਾਪਰ ਜਾਏ, ਇੱਕ ਖੇਡ ਕਿਤੇ ਵਾਪਰ ਜਾਏ। ਉਹ ਖੇਡ ਕੀ ਹੈ? ਜੇ ਕਿਤੇ ਜ਼ਿੰਦਗੀ 'ਚ ਗੁਰੂ ਦਾ ਮਿਲਾਪ ਹੋ ਜਾਏ ਨਾ, ਗੁਰੂ ਮਿਲ ਜਾਏ, ਫਿਰ ਬਿਨ ਸਤਿਗੁਰ, ਕਿਉਂਕਿ ਗੁਰੂ ਤੋਂ ਬਿਨਾ ਜਮ ਕਾਲ ਨਾ ਛੋੜਈ। ਜਿਹੜੀ ਮੌਤ ਦਾ ਡਰ ਹੈ ਨਾ, ਉਹ ਨਹੀਂ ਜੇ ਛੁੱਟਦਾ। ਹਾਂ, ਗੁਰੂ ਮਿਲ ਜਾਏ ਫਿਰ ਸਾਰੇ ਹੀ ਡਰ ਮੁੱਕ ਜਾਂਦੇ। ਗੁਰੂ ਦਾ ਮੇਲ ਹੋ ਜਾਏ, ਜਮ ਕਾਲ ਦਾ ਡਰ ਵੀ ਮੁੱਕ ਗਿਆ, ਫਿਰ ਲੇਖੇ ਤੇ ਜੋਖੇ ਦਾ ਡਰ ਵੀ ਮੁੱਕ ਗਿਆ, ਪੁੰਨ ਤੇ ਪਾਪ ਵਾਲੀ ਚਿੰਤਾ ਵੀ ਮੁੱਕ ਗਈ, ਕਿਉਂਕਿ ਗੁਰੂ ਦਾ ਮੇਲ ਹੋ ਗਿਆ। ਤੇ ਬਿਨ ਸਤਿਗੁਰ ਜਮ ਕਾਲ ਨਾ ਛੋੜਈ, ਦੂਜੇ ਭਾਏ ਖਵਾਈ। ਜੀਵ ਦੂਜੇ ਭਾਅ ਵਿੱਚ ਫਸਿਆ ਹੋਇਆ, ਮਾਇਕ ਪਦਾਰਥਾਂ 'ਚ ਫਸਿਆ, ਜਾਂ ਰੱਬ ਦੀ ਬਣਾਈ ਹੋਈ ਮਾਇਆ ਵਿੱਚ ਫਸਿਆ ਹੋਇਆ, ਹਮੇਸ਼ਾ ਖੁਆਰ ਹੁੰਦਾ ਰਹਿੰਦਾ। ਇਹ ਗੁਰੂ ਤੋਂ ਬਿਨਾ ਆਪਣਾ ਆਪਾ ਬਚਾ ਨਹੀਂ ਸਕਦਾ। ਗੁਰੂ ਦਾ ਮੇਲ ਹੋ ਜਾਏ ਤੇ ਫਿਰ ਇਹਦਾ ਆਪਣਾ ਆਪਾ ਬਚਦਾ ਹੈ। ਜੋਬਨ ਜਾਂਦਾ ਨਦਰ ਨਾ ਆਵਈ, ਜਰ ਪਹੁੰਚੈ ਮਰ ਜਾਈ। ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ ਇਨਸਾਨ, ਇਹਨੂੰ ਜੋਬਨ ਜਾਂਦੇ ਦਾ ਪਤਾ ਹੀ ਨਹੀਂ ਲੱਗਦਾ, ਜਵਾਨੀ ਲੰਘ ਰਹੀ ਹੈ, ਕਿਉਂਕਿ ਗਾਫਲਤਾ ਦੀ ਨੀਂਦ ਨੇ ਬਹੁਤ ਜ਼ਿਆਦਾ ਗਰਸਿਆ ਹੋਇਆ। ਜਿਵੇਂ ਗੂੜੀ ਨੀਂਦਰ ਵਿੱਚ ਸੁੱਤੇ ਹੋਏ ਇਨਸਾਨ ਨੂੰ ਪਤਾ ਨਹੀਂ ਲੱਗਦਾ ਕਿ ਸਮਾਂ ਕਿਵੇਂ ਗੁਜ਼ਰ ਗਿਆ। ਜੇ ਗੂੜੀ ਨੀਂਦ ਵਿੱਚ ਸੁੱਤਾ ਹੋਵੇ 4 ਘੰਟੇ 5 ਘੰਟੇ 6 ਤੋਂ 10 ਘੰਟੇ ਵੀ ਇਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕਿੱਥੇ ਸੁੱਤਾ। ਔਰ ਜਦੋਂ ਕਿਤੇ ਉਹ ਨੀਂਦ ਖੁੱਲਦੀ ਹੈ ਨਾ, ਖੁੱਲ ਕੇ ਨੀਂਦ ਜਦੋਂ ਸਮੇਂ ਵੱਲ ਵੇਖੇ, ਘੜੀ ਵੱਲ ਵੇਖੇ, ਤੇ ਫਿਰ ਹੈਰਾਨ ਹੋ ਜਾਂਦਾ ਵੀ ਇੰਨਾ ਚਿਰ, ਇੰਨਾ ਸਮਾਂ ਸੁੱਤਿਆਂ ਪਿਆਂ ਗੁਜ਼ਾਰਤਾ। ਸੰਸਾਰਕ ਤੌਰ ਤੇ ਇਸੇ ਤਰ੍ਹਾਂ ਜਵਾਨੀ ਦੇ ਨਸ਼ੇ ਵਿੱਚ ਤੇ ਮਾਇਆ ਦੇ ਨਸ਼ੇ ਵਿੱਚ, ਗਾਫਲਤਾ ਦੀ ਨੀਂਦ ਜਿਹਨੂੰ ਕਹਿ ਸਕਦੇ, ਬੰਦਾ ਸੁੱਤਾ ਪਿਆ, ਔਰ ਇੰਨਾ ਕੁ ਸੁੱਤਾ ਇਹਨੂੰ ਸਮਾਂ ਗੁਜ਼ਰਦੇ ਦਾ ਪਤਾ ਹੀ ਨਹੀਂ ਲੱਗਦਾ, ਜ਼ਿੰਦਗੀ ਦੇ ਕਿੰਨੇ ਸਾਲ ਲੰਘ ਗਏ। ਔਰ ਵੇਖੋ ਨਾ, ਸਮਾਂ ਤੇ ਆਪਣੀ ਚਾਲੇ ਉਸੇ ਹੀ ਚੱਲ ਰਿਹਾ ਨਾ। ਕੁਝ ਕੁ ਚਿਰ ਪਹਿਲੋਂ ਦੀਆਂ ਜੇ ਗੱਲਾਂ ਕਰਾਂਗੇ ਤੇ ਉਹਨਾਂ ਦਾ ਜਦੋਂ ਟਾਈਮ ਪੀਰੀਅਡ ਵੇਖੀਏ ਨਾ ਵੀ ਇੰਨਾ ਸਮਾਂ ਲੰਘ ਗਿਆ, ਤੇ ਸੁਣ ਕੇ ਹੈਰਾਨ ਹੋ ਜਾਂਦਾ ਬਈ 6 ਸਾਲ 10 ਸਾਲ ਲੰਘ ਗਏ। ਹੈਰਾਨੀ ਦੀ ਬਾਤ ਹੈ, ਉਹ ਟਾਈਮ ਪੀਰੀਅਡ ਇਸ ਢੰਗ ਨਾਲ ਗੁਜ਼ਰਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਾ। ਕਿਉਂ? ਗਾਫਲਤਾ ਦੀ ਨੀਂਦ ਬੜੀ ਜ਼ਿਆਦਾ ਡੂੰਘੀ ਸੁੱਤੇ ਹੋਏ ਆ। ਤੇ ਜੇ ਕਿਤੇ ਉਹ ਗਾਫਲਤਾ ਦੀ ਨੀਂਦ ਛੱਡ ਦਈਏ, ਸੁਚੇਤ ਹੋ ਜਾਈਏ, ਜਾਗ ਜਾਈਏ, ਜੇ ਜਾਗਰਤ ਹੋ ਜਾਈਏ, ਜਾਗ ਜਾਈਏ, ਤੇ ਹੋ ਸਕਦਾ ਹੈ ਕਿ ਜਾਗ ਕੇ ਜਦੋਂ ਸਮਾਂ ਵੇਖੀਏ ਤੇ ਪਤਾ ਲੱਗੇ ਵੀ ਥੋੜਾ ਹੀ ਰਹਿ ਗਿਆ, ਹੁਣ ਤੇ ਬਹੁਤਾ ਸਮਾਂ ਕੋਲੇ ਨਹੀਂ ਰਿਹਾ। ਜਿਹੜਾ ਜਾਗ ਪਿਆ ਨਾ, ਉਹ ਹੀ ਇਹ ਗੱਲ ਕਹਿੰਦਾ, ਹਮ ਆਦਮੀ ਹਾਂ ਇੱਕਦਮੀ, ਮੁਹਲਤ ਮੋਹਤ ਨਾ ਜਾਣਾ। ਜਿਹੜਾ ਸੁੱਤਾ ਪਿਆ ਉਹ ਤੇ ਬੜੀ ਲੰਮੀ ਜ਼ਿੰਦਗੀ ਦੀ ਆਸ ਲਾ ਕੇ ਬੈਠਾ। ਜਿਹੜਾ ਬੰਦਾ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਪਿਆ, ਉਹ ਤੇ ਆਪਣੀ ਜ਼ਿੰਦਗੀ ਬੜੀ ਲੰਮੀ ਦੀ ਆਸ ਲਾ ਕੇ ਬੈਠਾ। ਤੇ ਜਿਹੜਾ ਜਾਗ ਪਿਆ, ਉਹ ਕਹਿੰਦਾ ਮੇਰੇ ਤੇ ਇੱਕ ਦਮ ਦਾ ਵੀ ਨਹੀਂ ਪਤਾ, ਭਾਵੇਂ ਹੁਣ ਨਿਕਲ ਜਾਏ। ਉਹ ਜਾਗ ਪਿਆ, ਉਹਨੂੰ ਪਤਾ ਲੱਗ ਗਿਆ ਵੀ ਸਮਾਂ ਮੇਰੇ ਹੱਥੋਂ ਗੁਜ਼ਰ ਚੁੱਕਿਆ। ਜਦੋਂ ਸਮੇਂ ਦੀ ਬਾਤ ਕੀਤੀ ਨਾ, ਤੇ ਉਦੋਂ ਭਾਈ ਵੀਰ ਸਿੰਘ ਨੇ ਬੜਾ ਪਿਆਰਾ ਜ਼ਿਕਰ ਕੀਤਾ ਆਪਣੀਆਂ ਰਚਨਾਵਾਂ ਦੇ ਵਿੱਚ। ਉਹਨਾਂ ਆਖਿਆ ਸੀ, ਕਹਿੰਦੇ ਸਮਾਂ ਜਿਹੜਾ ਨਾ ਇਹ ਆਪਣੀ ਚਾਲੇ ਚੱਲਦਾ ਗਿਆ, ਮੈਂ ਇਹਨੂੰ ਬੜਾ ਫੜ ਕੇ ਉਹਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਬੜਾ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਸਮੇਂ ਨੇ ਮੇਰੀ ਇੱਕ ਵੀ ਨਹੀਂ ਮੰਨੀ। ਮੈਂ ਬਹੁਤ ਯਤਨ ਕੀਤਾ ਵੀ ਸ਼ਾਇਦ ਸਮਾਂ ਮੇਰੀ ਬਾਤ ਮੰਨ ਲਏ। ਮੈਂ ਫੜ ਰਹੀ ਤਰੀਕ, ਸਮੇਂ ਨੇ ਇੱਕ ਨਾ ਮੰਨੀ। ਮੈਂ ਉਹਨੂੰ ਫੜ ਤਰੀਕਣ ਦੀ ਵੀ ਕੋਸ਼ਿਸ਼ ਕੀਤੀ ਵੀ ਸ਼ਾਇਦ ਰੁਕ ਜਾਏ,
ਪਰ ਸਮੇਂ ਨੇ ਮੰਨੀ ਨਹੀਂ। ਉਹ ਤੇ ਆਪਣੀ ਛਾਲੇ ਚੱਲਦਾ ਗਿਆ, ਉਹ ਆਪਣਾ ਜੋ ਉਹਦਾ ਤਰਤੀਬ ਸੀ ਉਸ ਤਰਤੀਬ ਵਿੱਚ ਗੁਜ਼ਰਦਾ ਗਿਆ। ਤੇ ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਜੋਬਨ ਜਾਂਦਾ ਨਜ਼ਰ ਨਾ ਆਵਈ। ਇਹਨੂੰ ਨਜ਼ਰ ਹੀ ਨਹੀਂ ਆਇਆ ਕਿ ਮੇਰਾ ਜੋਬਨ ਲੰਘ ਰਿਹਾ। ਜਰ ਪਹੁੰਚੈ ਲੰਘਦਾ ਬੁਢੇਪੇ ਚ ਆ ਗਿਆ। ਬੁਢੇਪਾ ਆਇਆ, ਮਰ ਜਾਈ। ਹੁਣ ਇਹਨੇ ਮਰ ਜਾਣਾ, ਜੀਵਨ ਦਾ ਤੇ ਪਤਾ ਹੀ ਨਹੀਂ ਲੱਗਾ। ਦੇਖੋ ਗੁਰੂ ਨਾਨਕ ਸਾਹਿਬ ਆਖਦੇ ਛੇਵੇਂ ਕਾਮ ਨਾ ਪੁੱਛੈ ਜ਼ਾਤ। ਇੱਥੇ ਆ ਕੇ ਦੀ ਗਾਫਲਤਾ ਦੀ ਨੀਂਦ ਬਹੁਤ ਗਹਿਰੀ ਹੋ ਜਾਂਦੀ ਹੈ। ਇਦੋਂ ਪਹਿਲਾਂ ਉਮੀਦ ਸੀ ਵੀ ਸ਼ਾਇਦ ਛੱਡ ਦਏ। ਜਿੰਨਾ ਚਿਰ ਪੰਜਵੇਂ ਖਾਣ ਪੀਣ ਕੀ ਧਾਤ ਹੈ ਨਾ, ਉਹਨਾਂ ਚਿਰ ਉਮੀਦ ਸੀ ਵੀ ਸ਼ਾਇਦ ਗਾਫਲਤਾ ਦੀ ਨੀਂਦ ਛੱਡ ਦੇ। ਹੁਣ ਛੇਵੇਂ ਕਾਮ ਨਾ ਪੁੱਛਿਆ ਜਾਤ ਭਰ ਜੋਬਨ ਚ ਆ ਗਿਆ। ਕਾਮਨਾਵਾਂ ਨੇ ਇੰਨਾ ਘੇਰਾ ਪਾ ਲਿਆ, ਕਾਮ ਵਾਸ਼ਨਾ ਚ ਅਧੀਨ ਹੋ ਗਿਆ, ਭੁੱਲ ਗਿਆ ਕਿ ਜ਼ਿੰਦਗੀ ਜਿਉਣੀ ਕਿੱਦਾਂ ਸੀ ਤੇ ਮੇਰੀ ਜ਼ਾਤ ਕੀ ਹੈ। ਭਾਵ ਮਨੁੱਖਾ ਜ਼ਾਤ ਵੀ ਵਿਸਾਰਤੀ। ਛੇਵੇਂ ਕਾਮ ਨਾ ਪੁੱਛੇ ਜ਼ਾਤ। ਹੁਣ ਗਾਫਲਤਾ ਦੀ ਨੀਂਦ ਹੋਰ ਵਧੀ। ਸਤਵੇਂ ਸੰਜ ਕੀਆ ਘਰ ਵਾਸ। ਗਾਫਲਤਾ ਹੋਰ ਵਧੀ। ਅਠਵੇਂ ਕ੍ਰੋਧ ਹੋਆ ਤਨ ਨਾਸ਼। ਗਾਫਲਤਾ ਨੇ ਅਜੇ ਵੀ ਨਹੀਂ ਖਹਿੜਾ ਛੱਡਿਆ, ਨਾਵੇਂ ਧੌਲੇ ਉੱਬੇ ਸਾਹ। ਹੁਣ ਬੁਢੇਪਾ ਤੇ ਆ ਗਿਆ ਨਾ, ਤੇ ਸਾਹਿਬ ਕਹਿੰਦੇ ਦਸਵੇਂ ਦੱਦਾ ਹੋਆ ਸਵਾਹ। ਜੋਬਨ ਚਲਾ ਗਿਆ, ਜਰ ਪਹੁੰਚੇ। ਜ਼ਰ ਨੇ ਆਪਣੀ ਪਹੁੰਚ ਤੇਰੇ ਤੱਕ ਬਣਾ ਲਈ। ਬੁਢੇਪਾ ਤੇਰੇ ਤੱਕ ਪਹੁੰਚ ਗਿਆ। ਤੁਰਿਆ ਸੀ ਉਹ, ਪੈਂਡਾ ਮਕਾਉਂਦਾ, ਪੰਧ ਮਕਾਉਂਦਾ, ਤੇਰੇ ਤੱਕ ਪਹੁੰਚ ਗਿਆ। ਹੁਣ ਉਹ ਨਾਲ ਹੀ ਇੱਕ ਹੋਰ ਚੀਜ਼ ਵੀ ਲੈ ਕੇ ਆਇਆ। ਜਿਵੇਂ ਆਪਾਂ ਕਿਸੇ ਕੋਲ ਜਾਈਏ ਤੇ ਉਹਦੇ ਲਈ ਤੋਹਫਾ ਲੈ ਕੇ ਜਾਂਦੇ ਆ ਨਾ, ਵੀ ਮੈਂ ਤੇਰੇ ਕੋਲ ਚੱਲ ਕੇ ਆਇਆ, ਤੇਰੇ ਲਈ ਤੋਹਫਾ ਗਿਫਟ ਲੈ ਕੇ ਆਇਆ, ਭਾਵੇਂ ਕੁਛ ਲੈ ਕੇ ਜਾਈਏ। ਬੁਢੇਪਾ ਵੀ ਇੱਕ ਤੋਹਫਾ ਲੈ ਕੇ ਆਇਆ, ਤੇ ਉਹ ਤੋਹਫਾ ਮੌਤ ਹੈ। ਹੁਣ ਉਹਦੇ ਤੋਂ ਬਚਾ ਕੋਈ ਨਹੀਂ ਸਕਦਾ। ਜੋਬਨ ਹੈ, ਜਦੋਂ ਜੋਬਨ ਆਇਆ ਨਾ, ਬਚਪਨ ਨੂੰ ਮਿਲਣ ਵਾਸਤੇ ਜੋਬਨ ਆਉਂਦਾ, ਉਹ ਤੋਹਫਾ ਲੈ ਕੇ ਆਉਂਦਾ। ਦੁਨਿਆਵੀ ਕਾਮਨਾਵਾਂ, ਵਾਸ਼ਨਾਵਾਂ, ਆ ਸਾਰਾ ਕੁਛ ਬੰਦਾ ਤੋਹਫੇ ਲੈ ਕੇ ਬੜਾ ਖੁਸ਼ ਹੁੰਦਾ ਜਦੋਂ ਜੋਬਨ ਦਿੰਦਾ। ਹੁਣ ਜੋਬਨ ਜਦੋਂ ਆ ਗਿਆ, ਭਰ ਜਵਾਨੀ ਚੜ ਗਈ ਮਨੁੱਖ ਨੂੰ, ਉਧਰ ਬੁਢੇਪਾ ਤੁਰ ਪਿਆ। ਬੁਢੇਪਾ ਹੁਣ ਹੌਲੀ ਹੌਲੀ ਪੈਂਡਾ ਤੈਅ ਕਰਦਾ ਆਉਂਦਾ ਜੋਬਨ ਨੂੰ ਮਿਲਣ ਵਾਸਤੇ। ਬੁਢੇਪੇ ਨੇ ਨਾਲ ਇੱਕ ਤੋਹਫਾ ਲਿਆ ਤੇ ਉਹ ਮੌਤ ਆਪਣੇ ਨਾਲ ਲੈ ਕੇ ਤੁਰਿਆ। ਜਦੋਂ ਉਹ ਜੋਬਨ ਤੱਕ ਪਹੁੰਚ ਕਰ ਲਈ ਆ ਕੇ, ਜੋਬਨ ਨੂੰ ਗਲਵੱਕੜੀ ਪਾਈ ਬੁਢੇਪੇ ਨੇ। ਜ਼ਰ ਨੇ ਐਸੀ ਗਲਵੱਕੜੀ ਪਾਈ, ਆਪਣਾ ਰੂਪ ਜੋਬਨ ਨੂੰ ਦੇ ਦਿੱਤਾ। ਜੋਬਨ ਦਾ ਰੂਪ ਅਲੋਪ ਹੋਇਆ, ਉਹਦੇ ਉੱਤੇ ਬੁਢੇਪਾ ਆਇਆ। ਬੁਢੇਪਾ ਆਇਆ, ਨਾਲ ਹੀ ਉਹਨੇ ਤੋਹਫਾ ਦੇਤਾ ਵੀ ਸੱਜਣਾ ਆ ਤੇਰਾ ਤੋਹਫਾ ਹੀ, ਹੁਣ ਇਹਦੇ ਤੋਂ ਤੂੰ ਮੂੰਹ ਨਹੀਂ ਮੋੜ ਸਕਦਾ, ਮੌਤ ਤੈਨੂੰ ਆਉਣੀ ਆਉਣੀ ਹੈ। ਧੰਨ ਗੁਰੂ ਅਮਰਦਾਸ ਕਹਿੰਦੇ, ਮਾਲਕ ਪਾਤਸ਼ਾਹ ਕਹਿੰਦੇ, ਇਸ ਇਨਸਾਨ ਦੀ ਗਾਫਲਤਾ ਨੂੰ ਵੇਖ ਕੇ ਇਹਦੇ ਤੇ ਤਰਸ ਆਉਂਦਾ ਕਿ ਇਹਨੂੰ ਜੋਬਨ ਜਾਂਦਾ ਵੀ ਨਜ਼ਰ ਨਹੀਂ ਆਉਂਦਾ। ਜ਼ਰ ਪਹੁੰਚੇ, ਜਦੋਂ ਬੁਢੇਪਾ ਇਹਦੇ ਤੱਕ ਪਹੁੰਚ ਕਰ ਲੈਂਦਾ, ਫਿਰ ਮਰ ਜਾਈ, ਇਹ ਮਰ ਜਾਂਦਾ ਹੈ। ਪੁੱਤ ਕਲਤ ਮੋਹ ਹੇਤ ਹੈ, ਅੰਤ ਬੇਲੀ ਕੋ ਨਾ ਸਖਾਈ। ਹੁਣ ਜਿੰਨਾ ਖਾਤਰ ਚਲਾਕੀਆਂ ਤੇ ਚਤੁਰਾਈਆਂ ਕਰਦਾ ਰਿਹਾ, ਕਿਉਂਕਿ ਸ਼ੁਰੂਆਤ ਹੋਈ ਸੀ ਮਨਮੁਖ ਚੰਚਲ ਮਤ ਹੈ, ਅੰਤਰ ਬਹੁਤ ਚਤੁਰਾਈ। ਮਨ ਪਿੱਛੇ ਲੱਗ ਕੇ ਕੀਤਾ ਨਾ ਸਾਰਾ ਕੁਝ। ਕਿੰਨਾ ਲਈ ਕੀਤਾ? ਆਪਣੇ ਪਰਿਵਾਰ, ਆਪਣੀ ਸਾਖ ਸੰਬੰਧੀ, ਆਪਣੇ ਪੁੱਤਰਾਂ ਧੀਆਂ ਵਾਸਤੇ ਕੀਤਾ। ਸਤਿਗੁਰੂ ਜੀ ਆਖਦੇ, ਕਹਿੰਦੇ ਪੁੱਤ ਕਲਤ ਮੋਹ ਹੇਤ ਹੈ। ਇਹਨਾਂ ਦੇ ਮੋਹ ਵਿੱਚ ਫਸਿਆ ਹੋਇਆ, ਜਿਨ੍ਹਾਂ ਦੇ ਮੋਹ ਵਿੱਚ ਫਸਿਆ, ਚਲਾਕੀਆਂ ਤੇ ਚਤੁਰਾਈਆਂ ਪਿਆ ਕਰਦਾ ਸੀ। ਅੰਤ ਬੇਲੀ ਕੋ ਨਾ ਸਖਾਈ। ਇਹਨਾਂ ਦੇ ਵਿੱਚੋਂ ਨਾ ਕੋਈ ਅੰਤ ਬੇਲੀ ਬਣਿਆ ਤੇ ਨਾ ਸਖਾ ਬਣਿਆ। ਕਿੰਨੇ ਸਾਥ ਦੇਣਾ, ਕਿੰਨੇ ਸਾਥ ਨਿਭਾਉਣਾ, ਕਿੰਨੇ ਪਾਂਧੀ ਬਣਨਾ ਤੇ ਕਿੰਨੇ ਮਿੱਤਰ ਬਣਨਾ ਰਸਤੇ ਦੇ ਵਿੱਚ ਤੁਰਨ ਵਾਲਾ। ਇਹਨਾਂ ਵਿੱਚੋਂ ਇੱਕ ਵੀ ਸ਼ਖਸ ਐਸਾ ਨਹੀਂ ਜਿਹੜਾ ਸਾਥ ਨਿਭਾਉਂਦਾ ਹੋਵੇ। ਸਤਿਗੁਰ ਸੇਵੈ ਸੋ ਸੁਖ ਪਾਏ, ਨਾਉ ਵਸੈ ਮਨ ਆਈ।
ਹੁਣ ਜਦੋਂ ਜੀਵ ਨੂੰ ਸਤਿਗੁਰੂ ਅਮਰਦਾਸ ਸਾਹਿਬ ਨੇ ਆਖਿਆ ਨਾ ਵੀ ਤੂੰ ਚਤੁਰਾਈਆਂ ਛੱਡ, ਚਲਾਕੀਆਂ ਛੱਡ, ਜਿਨ੍ਹਾਂ ਕਰਕੇ ਚਲਾਕੀਆਂ ਚਤੁਰਾਈਆਂ ਕਰਦਾ ਫਿਰਦਾ ਉਹਨਾਂ ਚੋਂ ਸਾਥ ਕਿਸੇ ਨਹੀਂ ਦੇਣਾ, ਇਹਦਾ ਹਿਰਦਾ ਝੰਜੋੜਿਆ ਗਿਆ। ਜਦੋਂ ਝੰਜੋੜਿਆ ਗਿਆ ਨਾ, ਫਿਰ ਹੱਥ ਜੋੜ ਕੇ ਕਹਿੰਦਾ ਵੀ ਸਤਿਗੁਰੂ ਇਹ ਤੇ ਦੱਸ ਦੋ ਫਿਰ ਹੁਣ ਸਾਥ ਦੇਣਾ ਕਿੰਨੇ, ਤੇ ਮੈਂ ਚਲਾਕੀਆਂ ਛੱਡਾਂ ਕਿਵੇਂ, ਕਿਉਂਕਿ ਇਹ ਤੇ ਮੇਰਾ ਖਹਿੜਾ ਹੀ ਨਹੀਂ ਛੱਡਦੀਆਂ। ਚਤੁਰਾਈਆਂ 'ਚ ਗਾਫਲਤਾ ਵਿੱਚ ਮੈਂ ਫਾਸੀ ਇੰਨਾ ਕੁ ਚੁੱਕਾਂ ਵੀ ਹੁਣ ਨੀਂਦ ਖੁੱਲਦੀ ਹੋਈ ਨਹੀਂ ਗਾਫਲਤਾ ਦੀ, ਮੈਂ ਜਾਗਾਂ ਕਿਵੇਂ। ਤੇ ਧੰਨ ਗੁਰੂ ਅਮਰਦਾਸ ਨੇ ਫਿਰ ਫੈਸਲਾ ਦਿੱਤਾ। ਮਾਲਕ ਜੀ ਫੈਸਲਾ ਦਿੰਦਿਆਂ ਆਖਦੇ, ਕਹਿੰਦੇ ਸਤਿਗੁਰ ਸੇਵੇ, ਜਿਹੜੇ ਗੁਰੂ ਨੂੰ ਸੇਵਦੇ ਨੇ, ਜਿਨ੍ਹਾਂ ਗੁਰੂ ਚੇਤੇ ਕੀਤਾ, ਸੋ ਸੁਖ ਪਾਏ, ਉਹ ਬੜਾ ਸੁਖ ਮਾਣਦੇ। ਨਾਉ ਵਸੈ ਮਨ ਆਈ, ਤੇ ਜਿਨ੍ਹਾਂ ਦੇ ਮਨ ਵਿੱਚ ਹਰੀ ਪਰਮਾਤਮਾ ਦੀ ਯਾਦ, ਗੁਰੂ ਕਾ ਚਿੰਤਨ, ਗੁਰੂ ਕੀ ਯਾਦ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦੀ, ਸੁਖ ਪਾਈ, ਉਹ ਸੁਖ ਪਾਉਂਦੇ। ਉਹ ਗਾਫਲਤਾ ਦੀ ਨੀਂਦ ਛੱਡ ਦਿੰਦੇ, ਉਹਨਾਂ ਦੀ ਜ਼ਿੰਦਗੀ 'ਚ ਚਲਾਕੀਆਂ ਤੇ ਚਤੁਰਾਈਆਂ ਖਤਮ ਹੋ ਜਾਂਦੀਆਂ, ਉਹ ਭੋਲੇ ਭਾਅ ਵਿੱਚ ਆ ਜਾਂਦੇ। ਤੇ ਜਿਹੜਾ ਭੋਲੇ ਭਾਅ ਵਿੱਚ ਆ ਜਾਂਦਾ ਉਹੀ ਰਘੂ ਰਾਏ ਤੱਕ ਆਪਣੀ ਪਹੁੰਚ ਬਣਾ ਲੈਂਦਾ। ਜਿਹੜਾ ਭੋਲੇ ਭਾਏ 'ਚ ਆਇਆ ਉਸੇ ਨੇ ਅਕਾਲ ਪੁਰਖ ਪਰਮੇਸ਼ਵਰ ਨੂੰ ਹਾਸਲ ਕਰ ਲਿਆ, ਉਹਦਾ ਮਿਲਾਪ ਹਾਸਲ ਕਰ ਲਿਆ। ਧੰਨ ਗੁਰੂ ਅਮਰਦਾਸ ਨੇ ਫੈਸਲਾ ਦਿੱਤਾ, ਸਤਿਗੁਰ ਸੇਵੇ ਸੋ ਸੁਖ ਪਾਏ, ਨਾਉ ਵਸੈ ਮਨ ਆਈ, ਜਿਨ੍ਹਾਂ ਦੇ ਮਨ ਵਿੱਚ ਆ ਕੇ ਰੱਬੀ ਯਾਦ ਵਸ ਜਾਂਦੀ ਹੈ। ਨਾਨਕ ਸੇ ਵੱਡੇ ਵਡਭਾਗੀ, ਜੇ ਗੁਰਮੁਖ ਨਾਮ ਸਮਾਈ। ਹੇ ਨਾਨਕ, ਇਹ ਗੱਲ ਆਖੋ, ਸੇ ਵੱਡੇ ਵਡਭਾਗੀ, ਬੜੇ ਵੱਡਿਆਂ ਭਾਗਾਂ ਵਾਲੇ ਨੇ, ਜੇ ਗੁਰਮੁਖ, ਜਿਨ੍ਹਾਂ ਆਪਣਾ ਮੁਖ ਗੁਰੂ ਵੱਲ ਕਰ ਲਿਆ, ਨਾਮ ਸਮਾਈ ਤੇ ਨਾਮ ਵਿੱਚ ਸਮਾ ਗਏ, ਉਹ ਵੱਡਿਆਂ ਭਾਗਾਂ ਵਾਲੇ ਨੇ। ਕਿਉਂਕਿ ਉਹਨਾਂ ਆਪਣੇ ਜੀਵਨ ਚੋਂ ਚਲਾਕੀਆਂ ਛੱਡਤੀਆਂ, ਉਹਨਾਂ ਆਪਣੇ ਜੀਵਨ ਵਿੱਚੋਂ ਗਾਫਲਤਾ ਨੂੰ ਤਿਆਗਤਾ, ਉਹਨਾਂ ਆਪਣੀ ਜ਼ਿੰਦਗੀ ਦੇ ਵਿੱਚੋਂ ਚਤੁਰਾਈਆਂ ਚੰਚਲਤਾਈ ਛੱਡ ਕੇ ਭੋਲਾ ਭਾਅ ਹਾਸਲ ਕਰ ਲਿਆ। ਤੇ ਜਿਨ੍ਹਾਂ ਭੋਲਾ ਭਾਅ ਹਾਸਲ ਕੀਤਾ, ਸਤਿਗੁਰੂ ਜੀ ਨੇ ਫੈਸਲਾ ਦਿੱਤਾ ਕਿ ਉਹ ਹਰੀ ਪਰਮਾਤਮਾ ਦਾ ਮੇਲ ਉਹਨਾਂ ਹੀ ਹਾਸਲ ਕੀਤਾ ਜਿਹਨੂੰ ਭਾਈ ਗੁਰਦਾਸ ਨੇ ਆਖਿਆ, ਭੋਲੇ ਭਾਏ ਮਿਲੈ ਰਘੂ ਰਾਇਆ। ਉਹ ਰਘੂ ਰਾਏ ਜਿਹੜਾ ਭੋਲੇ ਭਾਅ ਵਿੱਚ ਮਿਲਦਾ। ਮਨ ਨੇ ਚਲਾਕੀਆਂ ਕਰਕੇ ਅੱਜ ਤੱਕ ਹਾਸਲ ਕੁਛ ਨਹੀਂ ਕੀਤਾ, ਜਿਹਨੂੰ ਸਤਿਗੁਰੂ ਆਖਦੇ ਕਿ ਚਤੁਰਾਈ ਨਾ ਚਤੁਰ ਭੁਜ ਪਾਈਐ। ਉਹ ਅਕਾਲ ਪੁਰਖ ਪਰਮੇਸ਼ਵਰ ਚਲਾਕੀਆਂ ਨਾਲ ਨਹੀਂ ਮਿਲਦਾ। ਜਿੱਦਣ ਚਲਾਕੀਆਂ ਚਤੁਰਾਈਆਂ ਛੱਡ ਦਾਂਗੇ, ਉਸ ਦਿਨ ਹੋ ਸਕਦਾ ਉਸ ਮਾਲਕ ਦਾ ਮੇਲ ਤੇ ਮਿਲਾਪ ਅਸੀਂ ਹਾਸਲ ਕਰ ਲਈਏ। ਇਸ ਲਈ ਕੋਸ਼ਿਸ਼ ਇਹ ਕਰਿਆ ਕਰੀਏ, ਸੰਸਾਰਕ ਤੌਰ ਤੇ ਅਸੀਂ ਸੰਸਾਰ ਦੀਆਂ ਅੱਖਾਂ 'ਚ ਤੇ ਘੱਟਾ ਪਾ ਲਾਂਗੇ ਤੇ ਪਾ ਵੀ ਰਹੇ ਹਾਂ। ਰੱਬ ਦੀਆਂ ਨਜ਼ਰਾਂ 'ਚ ਨਾ ਅੱਜ ਤੱਕ ਕਿਸੇ ਕੋਲੋਂ ਘੱਟਾ ਪਿਆ ਤੇ ਨਾ ਪੈਣਾ। ਚਲਾਕੀਆਂ ਚਤੁਰਾਈਆਂ ਵਿਖਾ ਕੇ ਦੁਨੀਆ ਮਗਰ ਲਾਈ ਜਾ ਸਕਦੀ, ਰੱਬ ਨੂੰ ਨਹੀਂ। ਰੱਬ ਨੂੰ ਜੇ ਮਗਰ ਲਾਉਣਾ ਤੇ ਤਰੀਕਾ ਇੱਕੋ ਸਿਰਫ ਪ੍ਰੇਮ ਨਾਲ ਉਹਨੂੰ ਆਪਣੇ ਵੱਲ ਕਰ ਲਈਏ, ਪਿਆਰ ਨਾਲ ਉਹ ਸਾਡੇ ਵੱਲ ਦਾ ਹੋ ਜਾਏ ਤੇ ਉਹ ਹਰ ਜਗ੍ਹਾ ਸਾਡਾ ਸਹਾਇਕ ਹੈ। ਚਲਾਕੀਆਂ ਨਾਲ ਅਸੀਂ ਕਦੇ ਵੀ ਉਹਨੂੰ ਹਾਸਲ ਨਹੀਂ ਕਰ ਸਕਦੇ। ਇਸ ਲਈ ਗੁਰੂ ਅੱਗੇ ਹਮੇਸ਼ਾ ਇਹ ਅਰਦਾਸ ਤੇ ਅਰਜ਼ੋਈ ਜ਼ਰੂਰ ਕਰਦੇ ਰਿਹਾ ਕਰੋ ਕਿ ਸਤਿਗੁਰਾ ਸਾਡੇ ਮਨ ਵੀ ਚੰਚਲਤਾਈਆਂ ਛੱਡ ਦੇਣ ਤੇ ਇਹਨਾਂ ਵਿੱਚ ਤੇਰੇ ਪ੍ਰਤੀ ਭਉ ਤੇ ਭਾਉ ਪੈਦਾ ਹੋ ਜਾਏ, ਤਾਂ ਜੋ ਉਸ ਭਉ ਤੇ ਭਾਉ ਸਦਕਾ ਪ੍ਰੇਮ ਔਰ ਨਿਰਮਲ ਡਰ ਸਦਕਾ ਕਿਤੇ ਤੇਰੇ ਨਾਲ ਇਹਦਾ ਪਿਆਰ ਤੇ ਪ੍ਰੀਤ ਬਣੀ ਰਵੇ ਔਰ ਗਾਫਲਤਾ ਦੀ ਨੀਂਦ ਛੱਡ ਕੇ ਸੱਚਮੁੱਚ ਤੇਰੇ ਚਿੰਤਨ ਵਿੱਚ ਸਾਡਾ ਹਿਰਦਾ ਜੁੜ ਜਾਵੇ, ਤਾਂ ਜੋ ਅਸੀਂ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਗੁਰੂ ਅੱਗੇ ਅਰਦਾਸ ਰਜ਼ੋਈ ਸਦਾ ਕਰਦੇ ਰਿਹਾ ਕਰੋ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ।
ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ।